ਕੈਪਟਨ ਅਮਰਿੰਦਰ ਸਿੰਘ ਦੇ ਹਾਲਾਤ ਨੇ ਜਾਂ ਜੋ ਕਾਂਗਰਸ ਦੇ ਹਾਲਾਤ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਹਾਰਾ ਚਾਹੀਦਾ ਹੈ। ਔਰ ਮੈਂ ਕਿਸੇ ਨੂੰ ਘੱਟ ਜਾਂ ਵੱਧ ਕਰਕੇ ਨਹੀਂ ਆਂਕਦਾ, ਬੀਜੇਪੀ ਨੂੰ ਵੀ ਪੰਜਾਬ ਦੇ ਵਿੱਚ ਹਲੇ 117 ਸੀਟਾਂ ਤੇ ਨਹੀਂ ਲੜ ਸਕਦੀ, ਬੀਜੇਪੀ ਨੂੰ ਵੀ ਇੱਕ ਮੋਢਾ ਚਾਹੀਦਾ ਹੈ। ਅੱਜ ਜੇ ਐਡੀ ਗੱਲ ਸੀਗੀ ਆ ਸਾਰੇ ਬੰਦੇ ਨੇ ਸਪੋਰਟ ਸੀ ਕਿਹਾ ਜੀ, ਮੇਰੇ ਨਾਲ ਐਮਐਲਏ ਬੜੇ ਸੰਪਰਕ ਨੇ, ਕਾਂਗਰਸ ਦੇ ਹੋਰ ਲੀਡਰ ਬੜੇ ਸੰਪਰਕ ਨੇ, ਤੇ ਕਿਸੇ ਨੂੰ ਭਾਈ ਲੈਂਦੇ ਨਾਲ ਇਕੱਲੇ ਹੀ ਬੈਠੇ ਸੀ। ਤਾਂ ਇਹ ਵੀ ਅੱਜ ਬੜਾ ਅਫਸੋਸ ਹੋਇਆ ਤੇ ਬੜਾ ਤਰਸ ਆਇਆ, ਇਹੋ ਜਿਹੀ ਇੱਕ ਸ਼ਖਸੀਅਤ ਜਿਹੜੀ ਹੈ ਜਿਹਦੇ ਚਿਹਰੇ ਦੇ ਉੱਤੇ ਕਾਂਗਰਸ ਨੇ ਸਰਕਾਰ ਬਣਾ ਲਈ 2017 ਦੇ ਵਿੱਚ, ਉਹ ਅੱਜ ਇਕੱਲਾ ਬੈਠਾ ਮਾਈਕ ਹੱਥ 'ਚ ਫੜ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਤੌਰ 'ਤੇ ਮੇਜ਼ ਭਰਿਆ ਹੁੰਦਾ ਮਾਈਕਾਂ ਦੇ ਨਾਲ ਤੇ ਪੈਨਲ ਬੈਠਾ ਹੁੰਦਾ। ਜੋ ਕੈਪਟਨ ਸਾਹਿਬ ਦੀ ਜ਼ੁਬਾਨੀ ਦੇਖੀ ਹੈ ਤੇ ਉਹਨਾਂ ਨੂੰ ਕਾਂਗਰਸ ਨੇ ਹਿਊਮਿਲੇਟ ਦਲੀਲ ਕਰਕੇ ਪਾਰਟੀ ਤੋਂ ਬਾਹਰ ਕੀਤਾ ਹੈ ਜਾਂ ਹਿਊਮਿਲੇਟ ਕਰ ਰਹੇ ਸੀਗੇ, ਪਾਰਟੀ ਬਾਹਰ ਨਹੀਂ ਕੀਤਾ, ਹਿਊਮਿਲੇਟ ਕਰ ਰਹੇ ਸੀਗੇ ਸੀਐਮਸ਼ਿਪ ਦੇ ਮਾਮਲੇ 'ਚ ਬਾਰ-ਬਾਰ ਮੀਟਿੰਗਾਂ ਕਰਕੇ। ਸੋਹਣਾ ਕਿ ਹਾਊਸ ਤੋਂ ਰਿਜ਼ਾਈਨ ਕਰਨ ਵਾਲੇ ਗੱਲ ਬੋਲੀ ਸੀਗੀ। 117 ਤੇ ਭਾਰਤੀ ਜਨਤਾ ਪਾਰਟੀ ਨੂੰ ਕੈਂਡੀਡੇਟਸ ਦੀ ਕੋਈ ਕਾਟ ਨਹੀਂ ਹੈ। ਪ੍ਰੋਬਲਮ ਪੰਜਾਬ ਦੇ ਅੰਦਰ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਪੁਲਿਸ ਹੈ ਉਹ ਕਾਂਗਰਸ ਸਰਕਾਰ ਦਾ ਪੋਲੀਟੀਕਲ ਏਜੰਡਾ ਪੂਰਾ ਕਰਦੇ ਹੋਏ ਆਪਣੀ ਡਿਊਟੀ ਨਹੀਂ ਨਿਭਾ ਪਾਉਂਦੀ। ਕੋਈ ਗੱਲ ਨਹੀਂ, ਜਦ ਇਲੈਕਸ਼ਨ ਕੋਡ ਲਾਗੂ ਹੋ ਜਾਏਗਾ ਉਸ ਤੋਂ ਬਾਅਦ ਤਾਂ ਜਿਹੜੀਆਂ ਸਾਰੀਆਂ ਪੁਲਿਸ ਦਾ ਔਰ ਪ੍ਰਸ਼ਾਸਨ ਦਾ ਕੰਟਰੋਲ ਜੋ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਚੱਲ ਜਾਏਗਾ। ਉਸ ਵਕਤ ਧਿਆਨ ਚ ਆ ਜਾਏਗਾ ਕਿ ਬੀਜੇਪੀ ਦੀ ਕਿੰਨੀ ਜਿਹੜੀ ਹੈਗਾ ਦਮ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 8 ਨਵੰਬਰ ਨੂੰ ਚੰਨੀ ਸਰਕਾਰ ਵੱਲੋਂ ਬੁਲਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਸੈਸ਼ਨ ਜਿਸ ਮੁੱਦੇ ਤੇ ਬੁਲਾਇਆ ਜਾ ਰਿਹਾ ਮੁੱਦਾ ਪੰਜਾਬ ਜਿਹੜਾ ਬੀਐਸਐਫ ਦਾ ਅਧਿਕਾਰ ਖੇਤਰ ਹੈ, ਦਾਇਰਾ ਹੈ, ਉਹ 15 ਕਿਲੋਮੀਟਰ ਤੋਂ ਵਧਾ ਕੇ ਜੋ 50 ਕਿਲੋਮੀਟਰ ਦਾ ਕੇਂਦਰ ਨੇ ਨੋਟੀਫਿਕੇਸ਼ਨ ਕੀਤਾ ਉਹਨੂੰ ਰੱਦ ਕਰਨ ਦੀ ਗੱਲ ਹੈ। ਇਸ ਦੇ ਨਾਲ ਹੀ ਜਿਹੜੇ ਤਿੰਨੇ ਖੇਤੀ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਨ ਦਾ ਮਤਾ ਵੀ ਆ ਸਕਦਾ ਹੈ। ਐਨ ਇਸੇ ਮੌਕੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਹ ਭਾਵੇਂ ਨਵੀਂ ਪਾਰਟੀ ਦਾ ਅੱਜ ਨਹੀਂ ਬਣਾ ਸਕੇ, ਪਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਨਵੀਂ ਪਾਰਟੀ ਬਣਾਉਣਗੇ ਤੇ ਪੰਜਾਬ 'ਚ 117 ਵਿਧਾਨ ਸਭਾ ਹਲਕਿਆਂ ਤੇ ਚੋਣ ਲੜਨਗੇ। ਉਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਸੰਯੁਕਤ ਅਕਾਲੀ ਦਲ ਤੇ ਭਾਜਪਾ ਨਾਲ ਸੀਟਾਂ ਦਾ ਲੈਣ ਦੇਣ ਹੋ ਕੇ ਚੋਣਾਂ ਲੜੀਆਂ ਜਾਣਗੀਆਂ। ਕੈਪਟਨ ਅਮਰਿੰਦਰ ਦੇ ਦਾਅਵਿਆਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸਾਨੀ ਮਸਲੇ ਦਾ ਹੱਲ ਕਰਾਉਣ ਦੇ ਲਈ ਅਮਿਤ ਸ਼ਾਹ ਦੇ ਨਾਲ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਹੈ ਮੁਲਾਕਾਤ ਕਰ ਰਿਹਾ ਹੈ। ਉਹਨਾਂ ਨੇ ਇਸ਼ਾਰਾ ਕੀਤਾ ਕਿ ਮਸਲਾ ਵੀ ਹੱਲ ਹੋਣ ਜਾ ਰਿਹਾ ਹੈ। ਕੈਪਟਨ ਅਮਰਿੰਦਰ ਦੇ ਦਾਅਵਿਆਂ 'ਚ ਕਿੰਨਾ ਕੁ ਦਮ ਹੈ, ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਸਾਡੇ ਜਿਹੜੇ ਖਾਸ ਸਤਿਕਾਰਯੋਗ ਮਹਿਮਾਨ ਜੁੜੇ ਹੋਏ ਹੈ। ਡਾਕਟਰ ਗੁਰਪ੍ਰੀਤ ਸਿੰਘ ਸੰਧੂ ਨੇ, ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ, ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵਿਨੀਤ ਜੋਸ਼ੀ ਜੀ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਚੈਨਲ ਤੇ ਪੈਨਲ ਤੇ ਆਏ ਉਹਨਾਂ ਨੂੰ ਜੀ ਆਖਦਾ, ਵੈਲਕਮ ਕਰਦਾ। ਥੈਂਕ ਯੂ ਜੀ। ਜੀ ਕਲੇਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 8 ਨਵੰਬਰ ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ ਔਰ ਉਸ ਦੇ ਨਾਲ ਹੀ ਇੱਕ ਜਿਹੜੀ ਹੋਰ ਵੱਡੀ ਰਾਜਸੀ ਡਿਵੈਲਪਮੈਂਟ, ਮੈਂ ਉਸ ਦੇ ਸਵਾਲ ਪਹਿਲਾਂ ਲੈਣਾ ਚਾਹਾਂਗਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਹਨਾਂ ਨੇ ਕਿਹਾ ਕਿ 117 ਦੀਆਂ 117 ਵਿਧਾਨ ਸਭਾ ਹਲਕਿਆਂ ਤੇ ਅਸੀਂ ਚੋਣ ਲੜਾਂਗੇ, ਸੰਯੁਕਤ ਅਕਾਲੀ ਦਲ ਤੇ ਭਾਜਪਾ ਦੇ ਨਾਲ ਸੀਟਾਂ ਦਾ ਲੈਣ ਦੇਣ ਹੋਏਗਾ। ਇਹ ਜਿਹੜੀ ਦਾਅਵੇਦਾਰੀ ਕੀਤੀ ਗਈ ਹੈ ਪੰਜਾਬ ਦੀ ਮੌਜੂਦਾ ਜਿਹੜੀ ਰਾਜਸੀ ਪ੍ਰਸਥਿਤੀ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਸਾਹਮਣੇ ਹੈ, ਕਿਵੇਂ ਦੇਖਦੇ ਹੋ ਇਸ ਦਾਅਵੇ ਨੂੰ ਕਲੇਰ ਸਾਹਿਬ? ਜਗਤਾਰ ਜੀ ਦੇਖੋ, ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਦਾ ਹੱਕ ਹੈ, ਉਹ ਆਪਣੀ ਪਾਰਟੀ ਬਣਾ ਸਕਦਾ, ਚੋਣਾਂ ਲੜ ਸਕਦਾ ਹੈ। ਪਰ ਕਾਂਗਰਸ ਦੇ ਵਿੱਚ ਜੋ ਇਸ ਸਮੇਂ ਮਾਹੌਲ ਚੱਲ ਰਿਹਾ ਹੈ ਉਹ ਇੱਕ ਨਿੱਜੀ ਲੜਾਈ ਦਾ ਦੌਰ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਸ ਤਰੀਕੇ ਨਾਲ ਜ਼ਲੀਲ ਕਰਕੇ ਕਾਂਗਰਸ ਚੋਂ ਕੱਢਿਆ ਗਿਆ, ਉਹ ਆਪਣਾ ਬਦਲਾ ਲੈਣਾ ਚਾਹੁੰਦੇ ਨੇ। ਫਿਰ ਚਾਹੇ ਉਹ ਕਾਂਗਰਸ ਸੋਨੀਆ ਗਾਂਧੀ ਜੀ ਹੋਣ, ਰਾਹੁਲ ਗਾਂਧੀ ਹੋਣ, ਨਵਜੋਤ ਸਿੱਧੂ ਹੋਣ, ਸੁਖੀ ਰੰਧਾਵਾ ਜੀ ਹੋਣ, ਸੋ ਇਹ ਇੱਕ ਬਦਲੇ ਦਾ ਦੌਰ ਚੱਲ ਰਿਹਾ। ਔਰ ਮੈਂ ਇਹ ਗੱਲ ਮੰਨਦਾ ਕਿ ਅਗਰ ਅੱਜ ਦੀ ਡੇਟ ਦੇ ਵਿੱਚ ਜਿੱਥੇ ਕਾਂਗਰਸ ਪਹਿਲਾਂ ਹੀ 7-8 ਧੜਿਆਂ ਦੇ ਵਿੱਚ ਵੰਡੀ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾਉਣਗੇ ਤਾਂ ਕਾਂਗਰਸ ਦੇ ਤਬੂਤ ਦੇ ਵਿੱਚ ਆਖਰੀ ਕਿੱਲ ਸਾਬਤ ਹੋਏਗਾ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨੂੰ ਇਹ ਵੀ ਤਾਂ ਦੱਸਣਾ ਪਊਗਾ ਕਿ 4.5 ਸਾਲ ਮੁੱਖ ਮੰਤਰੀ ਰਹੇ, 80 ਐਮਐਲਏ, ਪੂਰੀ ਪਾਵਰਫੁਲ ਉਹ ਸੀਗੇ, ਪੂਰੀ ਕਲੀਅਰ ਕੱਟ ਮੈਜੋਰਿਟੀ ਸੀ। ਔਰ ਗੁਟਕਾ ਸਾਹਿਬ, ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਗੁਟਕਾ ਸਾਹਿਬ ਵਰਗੀ ਪਵਿੱਤਰ ਚੀਜ਼ ਨੂੰ ਕਿਸੇ ਪੋਲੀਟੀਕਲ ਸਟੇਜ ਦੇ ਉੱਤੇ ਲਿਆਂਦਾ ਗਿਆ ਔਰ ਸਹੁੰ ਖਾ ਕੇ ਗੱਲ ਕਹੀ ਗਈ ਕਿ 90,000 ਕਰੋੜ ਦਾ ਕਿਸਾਨੀ ਕਰਜ਼ਾ ਮਾਫ ਕਰਾਂਗੇ।
घर घर नौकरी देंगे, नशा मुक्त पंजाब बनावांगे और बेअदबियां का इंसाफ करांगे। सो कैप्टन अमरिंदर सिंह होण, चाहे मौजूदा मुख मंत्री चन्नी, क्योंकि ये भी उस स्टेज ते सी, सुखी रंधावा जी ने तो गुटका साहब फड़ाया सी। सो ये सारे बंदे पंजाब नूं इस गल लई जवाब दे ने कि जिहड़े वादे इन्हां ने कीते ਉਹਦੇ ਲਈ ਕੀ ਕੀਤਾ, क्योंकि कैप्टन साहब लांभे करते। ਅੱਜ ਵੀ ਜਿਹੜੀ ਪੰਜਾਬ ਦੀ ਕਾਂਗਰਸ ਹੈ ਪੰਜਾਬ ਦੇ ਵਿੱਚ, ਉਹ ਅਰੂਸਾ ਆਲਮ ਦੀ ਗੱਲ ਜ਼ਿਆਦਾ ਕਰਦੀ ਹੈ, ਪੰਜਾਬ ਦੇ ਮੁੱਦੇ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਕੋਈ ਕਰ ਰਿਹਾ ਗੱਲ ਕਿ ਜਿਹੜੀ ਐਮਐਲਏ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਸੀ ਉਹ ਵਾਪਸ ਲੈਣੀ ਹੈ? ਕੋਈ ਕਰਦਾ ਮੰਤਰੀਆਂ ਦੇ ਜਵਾਈਆਂ ਨੂੰ ਦਿੱਤੀ ਨੌਕਰੀ ਵਾਪਸੀ ਦੀ ਗੱਲ? ਕੋਈ ਕਰਦਾ ਕਿ 90,000 ਕਰੋੜ ਕਰਜ਼ਾ ਕਿੱਦਾਂ ਮਾਫ ਹੋਏਗਾ? ਇਸ ਦੇ ਉੱਤੇ ਬੇਅਦਬੀਆਂ ਦੇ ਇਨਸਾਫ ਦੀ ਗੱਲ ਨਹੀਂ ਹੁੰਦੀ। ਸੋ ਪੰਜਾਬ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਕਾਂਗਰਸ ਪਾਰਟੀ ਨਹੀਂ ਕਰ ਰਹੀ, ਇਹ ਆਪਦੀ ਲੜਾਈ ਲੜ ਰਹੇ ਨੇ। ਔਰ ਕਿਸੇ ਵੀ ਸੂਬੇ ਲਈ ਇਹ ਤਰਾਸਦੀ ਹੈ ਕਿ ਰੂਲਿੰਗ ਗਵਰਨਮੈਂਟ ਆਪਣੀ ਲੜਾਈ ਦੇ ਵਿੱਚ ਇੰਨੀ ਰੁੱਝ ਜੇ ਕਿ ਸੂਬੇ ਨੂੰ ਆਰਥਿਕ ਮੰਦਹਾਲੀ ਤੇ ਡਿਵੈਲਪਮੈਂਟ ਦੇ ਤੌਰ ਤੇ ਮੰਦਹਾਲੀ ਵੱਲ ਧੱਕ ਦਿੱਤਾ ਜਾਵੇ। ਕਲੀਅਰ ਸਾਹਿਬ, ਬਿਲਕੁਲ ਜਿਹੜਾ ਹੈਗਾ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਤੇ ਹੋਰ ਲੰਬੀ ਚਰਚਾ ਕੀਤੀ ਜਾ ਸਕਦੀ ਹੈ ਜੋ ਤੁਸੀਂ ਜ਼ਿਕਰ ਕਰ ਰਹੇ ਹੋ। ਪਰ ਜੋ ਕੈਪਟਨ ਅਮਰਿੰਦਰ ਨੇ ਨਵਾਂ ਇੱਕ ਪੋਲੀਟੀਕਲ ਦਾ ਖੇਡਿਆ, ਉਹ ਸੰਯੁਕਤ ਅਕਾਲੀ ਦਲ ਦੀ ਗੱਲ ਕਰ ਰਿਹਾ, ਭਾਜਪਾ ਨਾਲ ਹੱਥ ਮਿਲਾਉਣ ਦੀ ਗੱਲ ਕਰ ਰਿਹਾ ਹੈ ਔਰ ਕਿਸਾਨੀ ਮੁੱਦਿਆਂ ਦੇ ਹੱਲ ਦੀ ਗੱਲ ਕਰ ਰਿਹਾ ਹੈ। ਉਹ ਪਿਛਲੇ ਪਿਛੋਕੜ ਦੀ ਥਾਂ ਤੇ ਇੱਕ ਨਵਾਂ ਪੈਂਤੜਾ ਖੇਡ ਰਿਹਾ ਹੈ। ਉਹ ਪੈਂਤੜਾ ਨਹੀਂ ਹੈ ਇਕੱਲਾ ਜਿਹੜਾ ਤੁਸੀਂ ਪਿਛਲੇ ਦਾ ਜ਼ਿਕਰ ਕਰ ਰਹੇ ਹੋ, ਨਵੀਂ ਗੱਲ ਵੀ ਕੀਤੀ ਹੈ ਕਲੀਅਰ ਜੀ ਉਹਨਾਂ ਨੇ। ਮੈਂ ਜਗਤਾਰ ਜੀ ਗੱਲ ਸਮਝਦਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਦੇ ਹਾਲਾਤ ਨੇ ਜਾਂ ਜੋ ਕਾਂਗਰਸ ਦੇ ਹਾਲਾਤ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਹਾਰਾ ਚਾਹੀਦਾ ਹੈ। ਔਰ ਮੈਂ ਕਿਸੇ ਨੂੰ ਘੱਟ ਜਾਂ ਵੱਧ ਕਰਕੇ ਨਹੀਂ ਆਂਕਦਾ, ਬੀਜੇਪੀ ਨੂੰ ਵੀ ਪੰਜਾਬ ਦੇ ਵਿੱਚ ਹਲੇ 117 ਸੀਟਾਂ ਤੇ ਨਹੀਂ ਲੜ ਸਕਦੀ। ਬੀਜੇਪੀ ਨੂੰ ਵੀ ਇੱਕ ਮੋਢਾ ਚਾਹੀਦਾ ਹੈ। ਔਰ ਸੰਯੁਕਤ ਅਕਾਲੀ ਦਲ ਤਾਂ ਵੈਸੇ ਹੀ ਦੇਖ ਰਿਹਾ ਕਿ ਕਿਸੇ ਨਾ ਕਿਸੇ ਕਿਸ਼ਤੀ 'ਚ ਸਵਾਰ ਹੋ ਜਾਈਏ, ਕਿਉਂਕਿ ਉਹਨਾਂ ਨੇ 4.5 ਸਾਲ 'ਚ ਦੇਖ ਲਿਆ ਕਿ ਉਹਨਾਂ ਦੇ ਹੱਲੇ ਪੱਲੇ ਕੱਖ ਨਹੀਂ, ਸੋ ਉਹ ਵੀ ਕਿਸ਼ਤੀ ਲੱਭ ਰਹੇ ਨੇ। ਸੋ ਇਹ ਸਾਰਿਆਂ ਦੀ ਬੈਲੈਂਸ ਆਫ ਕਨਵੀਨੀਅੰਸ ਹੈ। ਅਗਰ ਇਕੱਠੇ ਹੋ ਕੇ ਲੜ ਵੀ ਪੈਣ ਤਾਂ ਕੋਈ ਵੱਡੀ ਹੈਰਾਨੀ ਦੀ ਗੱਲ ਨਹੀਂ। ਪਰ ਪੰਜਾਬ ਦੇ ਵਿੱਚ ਜਿਹੜੀ ਵੋਟ ਹੈ, ਹੁਣ ਪੰਜਾਬੀ ਦੁਬਾਰਾ ਕੈਪਟਨ ਸਾਹਿਬ ਨੂੰ ਵੋਟ ਨਹੀਂ ਪਾਉਣਗੇ, ਕਿਉਂਕਿ ਅੱਜ ਕੈਪਟਨ ਸਾਹਿਬ ਨਿੱਜੀ ਲੜਾਈ ਲੜ ਰਹੇ ਨੇ। ਅਗਰ ਨਿੱਜੀ ਲੜਾਈ ਲਈ ਪਹਿਲਾਂ ਗੁਟਕਾ ਸਾਹਿਬ ਲਈ ਪੰਜਾਬ ਦੇ ਇਮੋਸ਼ਨ ਨੂੰ ਵਰਤਿਆ, ਅਗਰ ਨਿੱਜੀ ਲੜਾਈ ਲਈ ਸੋਚਦੇ ਕਿ ਪੰਜਾਬ ਨੂੰ ਵਰਤ ਲੈਣਗੇ, ਪੰਜਾਬੀ ਇੰਨੇ ਭੁੱਲ ਜੀ ਕਲੀਅਰ ਜੀ। ਬਿਲਕੁਲ ਤੁਹਾਡੀ ਗੱਲ ਆ ਗਈ, ਮਿਹਰਬਾਨੀ। ਡਾਕਟਰ ਸੰਧੂ, ਮੈਂ ਸਵਾਲ ਤੁਹਾਡੇ ਤੋਂ ਲੈਣ ਲੱਗਿਆ, ਤੁਸੀਂ ਸੁਣਿਆ ਹੀ ਹੈ ਜੋ ਕਲੀਅਰ ਜੀ ਨੇ ਕਿਹਾ। ਉਹ ਕਹਿੰਦੇ ਕਿ ਨਿੱਜੀ ਲੜਾਈ ਲੜ ਰਹੇ ਆ, ਉਹਨਾਂ ਦਾ ਆਪਣਾ ਇੱਕ ਦਾਵਾ ਹੈਗਾ। ਪਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਪੈਂਤੜਾ ਨਵਾਂ ਲਿਆ ਉਹ ਇਹ ਵੀ ਹੈ ਕਿ ਭਾਜਪਾ ਨਾਲ ਸੀਟਾਂ ਦੇ ਲੈਣ ਦੇਣ ਦੀ ਗੱਲ, ਸੰਯੁਕਤ ਅਕਾਲੀ ਦਲ ਨਾਲ ਸਹਿਯੋਗ ਦੀ ਗੱਲ, ਜਿਹੜਾ ਇਹ ਬਦਲੀਆਂ ਹੋਈਆਂ ਪ੍ਰਸਥਿਤੀਆਂ ਜੇ ਕੈਪਟਨ ਆਪਣੇ ਦਾਅਵੇ ਦੇ ਉੱਤੇ ਖਰੇ ਉਤਰਦੇ ਆ, ਠੀਕ ਹੈ, ਦਾਅਵੇ ਪਾਰਟੀਆਂ ਦੇ ਆਪਣੋ ਆਪਣੇ ਹੈ, ਪਰ ਕਾਂਗਰਸ ਤੇ ਅਕਾਲੀ ਦਲ ਤੇ ਆਪ ਲਈ ਕਿਹੋ ਜਿਹੀ ਚੁਣੌਤੀ ਖੜੀ ਹੋ ਸਕਦੀ ਹੈ ਜੇ ਨਵਾਂ ਪੈਂਤੜਾ ਪੰਜਾਬ 'ਚ ਉੱਭਰ ਕੇ ਸਾਹਮਣੇ ਆਉਂਦਾ ਹੈ? ਜੀ ਡਾਕਟਰ ਸਾਹਿਬ। ਦੇਖੋ ਜੀ, ਜਿੱਥੋਂ ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤਾਲੁਕ ਹੈਗਾ, ਨਵੀਂ ਪਾਰਟੀ ਗਠਨ ਕਰਨ ਦਾ ਜਾਂ ਪ੍ਰੈਸ ਦੇ ਵਿੱਚ ਇਹੋ ਜਿਹੀਆਂ ਸਟੇਟਮੈਂਟਾਂ ਦੇਣ ਦਾ, ਮੈਂ ਇਹ ਕਰੂੰਗਾ, ਮੈਂ ਉਹ ਕਰੂੰਗਾ, ਜਿੱਦਣ ਕਰਨਗੇ ਉਦੋਂ ਦੇਖ ਲਾਂਗੇ ਕੀ ਸਮੀਕਰਨ ਬਣਦੇ ਆ, ਕਿੰਨੇ ਕੁ ਲੋਕ ਨਾਲ ਜੁੜਦੇ ਆ। ਹਾਲੇ ਤਾਂ ਇਹ ਐਵੇਂ ਹਵਾ 'ਚ ਦਲਤੀਆਂ ਵਾਲੀ ਗੱਲ ਹੈ। ਅੱਜ ਜੇ ਐਡੀ ਗੱਲ ਸੀਗੀ, ਆ ਸਾਰੇ ਬੰਦੇ ਨੇ ਸਪੋਰਟ ਸੀ, ਕਿਹਾ ਹੈ ਜੀ ਮੇਰੇ ਨਾਲ ਐਮਐਲਏ ਬੜੇ ਸੰਪਰਕ 'ਚ ਨੇ, ਕਾਂਗਰਸ ਦੇ ਹੋਰ ਲੀਡਰ ਬੜੇ ਸੰਪਰਕ 'ਚ ਨੇ, ਤੇ ਕਿਸੇ ਨੂੰ ਭਾਈ ਲੈਂਦੇ ਨਾਲ ਇਕੱਲੇ ਬੈਠੇ ਸੀ। ਤੋ ਜਿੱਥੋਂ ਤੱਕ ਬੀਜੇਪੀ ਨਾਲ ਗਠਬੰਧਨ ਹੈ, ਬੀਜੇਪੀ ਪੰਜਾਬ ਦਾ, ਕਿਸਾਨੀ ਦਾ ਤੇ ਸਿੱਖਾਂ ਦਾ ਨੁਕਸਾਨ ਕਰਨ ਵਾਸਤੇ ਕਿਸੇ ਨਾਲ ਵੀ ਗੰਢ-ਤੁੱਪ ਕਰ ਸਕਦੀ ਹੈ। ਇਹ ਪ੍ਰਮਾਣਿਤ ਹੈ, ਅੱਗੇ ਇਹਨਾਂ ਨੇ ਕੀਤਾ ਹੈ। ਸੋ ਇਸ ਆਸ ਤੇ ਕੈਪਟਨ ਸਾਹਿਬ ਇਹ ਆਪਦੀ ਨਵੀਂ ਜਿਹੜੀ ਹੈ ਗੱਡੀ ਹੱਕਣ ਦੀ ਕੋਸ਼ਿਸ਼ ਕਰ ਰਹੇ ਹੈ ਬਈ ਸ਼ਾਇਦ ਮੇਰਾ ਏਜੰਡਾ ਹੈ ਵੀ ਸਿੱਧੂ ਨੂੰ ਨਹੀਂ ਮੰਨਣ ਦੇਣਾ, ਚਾਹੇ ਕੁਛ ਹੋ ਜਾਵੇ। ਉਸ ਕੁਛ ਦੇ ਵਿੱਚ ਚੱਕ ਕੇ 50 ਕਿਲੋਮੀਟਰ ਜਿਹੜਾ ਏਰੀਆ ਹੈਗਾ ਬਾਰਡਰ ਤੋਂ, ਉਹ BSF ਦੇ ਹਵਾਲੇ ਕਰਵਾਤਾ, ਅਥਾਰਟੀ ਦਵਾਤੀ, ਉੱਥੇ ਨੋਟੀਫਿਕੇਸ਼ਨ ਜਾਰੀ ਹੋ ਗਈ। ਅੱਜ ਉਹਨੂੰ ਜਸਟੀਫਾਈ ਕਰ ਰਹੇ ਹੈ ਕਿ ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਨਹੀਂ, ਕ੍ਰਾਸ ਬਾਰਡਰ ਸਿਚੁਏਸ਼ਨ ਹੈ। ਕ੍ਰਾਸ ਬਾਰਡਰ ਸਿਚੁਏਸ਼ਨ ਦੇ ਵਿੱਚ ਡਰੋਨ ਟੱਪ ਰਹੇ ਆ, ਨਸ਼ਾ ਆ ਰਿਹਾ, ਹਥਿਆਰ ਆ ਰਹੇ ਆ। ਇਹ ਤਾਂ ਪਿਛਲੇ 2.5-3 ਸਾਲ ਤੋਂ ਆ ਰਹੇ ਆ ਜਿਹੜੇ ਕਿ ਡਰੋਨ ਹੈਗੇ ਆ। ਤੇ ਉਦੋਂ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਕੌਣ ਸੀ? ਉਦੋਂ ਰੋਕੇ ਨਾ, ਫਿਰ ਉਦੋਂ ਰੋਕਣੇ ਚਾਹੀਦੇ ਸੀ। ਉਦੋਂ ਅਮਿਤ ਸ਼ਾਹ ਜੀ ਕਿਹੜਾ ਹੈ ਨਹੀਂ ਸੀ। ਅਮਿਤ ਸ਼ਾਹ ਜੀ ਹੁਣ ਤਾਂ 7 ਸਾਲ ਤੋਂ ਉੱਤੇ ਹੋ ਗਏ ਸੈਂਟਰ ਦੇ ਵਿੱਚ। ਤੇ ਅੱਜ ਪੰਜਾਬ ਦੇ ਇੰਟਰਸਟ ਸੈਂਟਰ ਦੇ ਹੱਥ 'ਚ ਫੜਾ ਕੇ ਇੱਕ ਨਿੱਜੀ ਲੜਾਈ ਵਾਸਤੇ, ਔਰ ਇੱਥੋਂ ਤੱਕ ਨਿਗਾਰ ਲਿਆਤਾ ਪੰਜਾਬੀਆਂ ਦੇ ਮਨੋਬਲ ਦੇ ਵਿੱਚ ਕਿ ਇਹ ਸਾਨੂੰ ਤਾਂ ਇਹ ਅੰਦੇਸ਼ਾ ਹੈਗਾ ਵੀ ਇੱਕ ਤੇ ਜੰਮੂ ਕਸ਼ਮੀਰ ਵਾਂਗੂ 2 ਯੂਟੀਆਂ ਹੀ ਨਾ ਬਣਾ ਦੇਵੇ ਸੈਂਟਰ, ਕੋਈ ਵੱਡੀ ਗੱਲ ਨਹੀਂ। ਕਿਉਂਕਿ ਜੇ ਐਕਸ ਸੀਐਮ ਜਿਹੜਾ ਜਸਟੀਫਾਈ ਕਰੀ ਜਾਂਦਾ ਇਹੋ ਜੀ ਗੱਲ ਨੂੰ ਕਿ ਸਟੇਟ ਮੈਟਰ, ਦੋਨੋਂ ਹੀ ਸਟੇਟ ਮੈਟਰ ਨੇ।
ਤੇ ਉਹਦੇ ਤੇ ਕੰਸੀਡ ਕਰ ਰਿਹਾ ਪਬਲਿਕਲੀ ਉਹਨੇ ਪ੍ਰੈਸ ਕਾਨਫਰੰਸ ਕੇ ਜਸਟੀਫਾਈ ਕਰਦਾ ਜੀ ਮੈਂ ਇਹਨੂੰ ਕਿਸ ਢੰਗ ਨਾਲ ਜਸਟੀਫਾਈ ਉਸ ਮੁੱਦੇ ਤੇ ਵੀ ਆਪਾਂ ਗੱਲ ਕਰਦੇ ਹਾਂ ਡਾਕਟਰ ਸੰਧੂ। ਮੈਂ ਅੱਗੇ ਜਵਾਬ ਵੀ ਲੈਣਾ, ਪਰ ਕਨੇਕਾ ਜਿਹਾ ਸਵਾਲ ਜੋ ਤੁਸੀਂ ਕਹਿ ਰਹੇ ਹੋ ਕਿ 78 MLA ਦੀ ਗੱਲ ਕਰਦੇ ਹੋ, ਅੱਜ ਔਨ ਰਿਕਾਰਡ ਜਿਹੜਾ ਹੈਗਾ ਮੀਡੀਆ ਦੇ ਅੱਗੇ ਦਾਅਵਾ ਕੀਤਾ ਕੈਪਟਨ ਅਮਰਿੰਦਰ ਨੇ ਕਿ ਮੈਂ ਜਦੋਂ ਹੁਣ ਪਾਰਟੀ ਬੁਲਾਵਾਂਗਾ ਤਾਂ ਕਈ ਜਿਹੜੇ ਹੈਗੇ ਕਾਂਗਰਸ ਦੇ ਲੋਕ ਮੇਰੇ ਨਾਲ ਸੰਪਰਕ 'ਚ ਹੈਗੇ ਆ, ਉਹ ਮੇਰੇ ਨਾਲ ਆਉਣਗੇ। ਇਹ ਦਾਅਵਾ ਕੈਪਟਨ ਅਮਰਿੰਦਰ ਦਾ। ਵੇਖੋ ਸੁਪਨੇ ਲੈਣਾ ਤਾਂ ਹਰ ਦਾ ਹੱਕ ਹੈ, ਸਾਕਾਰ ਹੁੰਦੇ ਕਿ ਨਹੀਂ ਹੁੰਦੇ ਤਾਂ ਗਾਂ ਪਤਾ ਲੱਗੂਗਾ। ਜਿਸ ਬੰਦੇ ਨਾਲ ਇੱਕ ਨਾਲ ਇਹਨੇ ਕਿਹਾ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਮੈਂ ਕਰੂੰਗਾ, ਉਹ ਤਾਂ ਜਵਾਬ ਦੇ ਗਏ। ਅੱਜ ਫੇਰ ਉਹ 2 ਵਾਰੀ ਜਵਾਬ ਦੇ ਚੁੱਕੇ ਆ ਵੀ ਕੁਛ ਹੋ ਜੇ ਮੈਂ ਕੈਪਟਨ ਅਮਰਿੰਦਰ ਦੇ ਨਾਲ ਕੋਈ ਵੀ ਸੀਟਾਂ ਦਾ ਗਠਬੰਧਨ ਨਹੀਂ ਕਰਨਾ। ਤੇ ਨਾਲੇ ਕਹੀ ਜਾਂਦੇ ਮੈਂ 117 ਹਲਕੇ ਲੜੂੰਗਾ। ਜੇ 117 ਹਲਕੇ ਅਮਰਿੰਦਰ ਦੀ ਪਾਰਟੀ ਨੇ ਲੜਨੇ ਤਾਂ ਫਿਰ ਸੀਟਾਂ 117 ਤੋਂ ਉੱਪਰ ਛੱਡਣਗੇ ਭਾਜਪਾ ਨੂੰ, ਤੇ ਮੇਨ ਪਾਰਟਨਰ ਭਾਜਪਾ ਹੋਊਗੀ ਕਿ ਕੈਪਟਨ ਅਮਰਿੰਦਰ ਹੋਊਗਾ, ਪਹਿਲਾਂ ਫੈਸਲਾ ਕਰ ਲੈਣੇ। ਚਲੋ ਓਕੇ, ਆਪਾਂ ਫੇਰ ਆਉਣੇ ਇਸ ਮੁੱਦੇ ਤੇ। ਵਿਨੀਤ ਜੀ, ਮਾਮਲਾ ਕੈਪਟਨ ਅਮਰਿੰਦਰ ਦਾ ਨਹੀਂ ਇਕੱਲਾ। ਸਿੱਧੇ ਤੌਰ ਤੇ ਜਦੋਂ ਭਾਜਪਾ ਦੀ ਗੱਲ ਕਰਦੇ ਆ ਤੇ ਭਾਜਪਾ ਨਾਲ ਵੀ ਗੱਲ ਜਾ ਕੇ ਜੁੜਦੀ ਹੈ। ਸੀਟ ਐਡਜਸਟਮੈਂਟ ਦੀ ਉਹਨਾਂ ਨੇ ਗੱਲ ਕੀਤੀ ਹੈ, ਸੰਯੁਕਤ ਅਕਾਲੀ ਦਲ ਦੀ ਗੱਲ ਕੀਤੀ ਹੈ, ਤੇ ਉਹਨਾਂ ਨੇ ਪੰਜਾਬ ਤੇ ਦੇਸ਼ ਦੇ ਇੰਟਰਸਟ ਵਿੱਚ ਕਿਹਾ ਹੈ ਕਿ 50 ਜਾਂ 51 ਕਿਲੋਮੀਟਰ ਦਾ ਜਿਹੜਾ ਦਾਇਰਾ ਹੈਗਾ BSF ਦਾ ਜਿਹੜਾ ਅਧਿਕਾਰ ਖੇਤਰ ਹੈ, ਉਹਨੂੰ ਵੀ ਉਹਨਾਂ ਨੇ ਜਸਟੀਫਾਈ ਕੀਤਾ ਹੈ ਔਰ ਕਿਹਾ ਕਿ ਅਸੀਂ ਇੱਕ ਗੱਠਜੋੜ ਬਣਾ ਕੇ 117 ਦੀਆਂ 117 ਸੀਟਾਂ ਤੇ ਲੜਾਂਗੇ ਪੰਜਾਬ 'ਚ। ਜੀ ਵਿਨੀਤ ਜੀ, ਇਸ ਤਰ੍ਹਾਂ ਕਿ ਵੀ ਕੱਲ ਵੀ ਜਿਹੜੀ ਸਾਡੀ ਡਿਸਕਸ਼ਨ ਹੋਈ ਸੀਗੀ BSF ਦੇ ਮੁੱਦੇ ਦੇ ਉੱਪਰ, ਮੈਂ ਉਹਦੇ ਉੱਤੇ ਵਿਸਤਾਰ ਨਾਲ BSF ਵਾਲੇ ਪੱਖ ਤੇ ਗੱਲ ਰੱਖੀ ਹੈ। ਲੇਕਿਨ ਮੈਂ ਗੱਲ ਕਹਿਣਾ ਚਾਹੂੰਗਾ, ਇਹ ਪੋਲੀਟੀਕਲ ਫੀਲਡ ਹੈ ਔਰ ਇਸ ਪੋਲੀਟੀਕਲ ਫੀਲਡ ਦੇ ਅੰਦਰ ਹਰ ਆਦਮੀ ਨੂੰ ਆਪਣੀ ਪਾਰਟੀ ਬਣਾਉਣ ਦਾ, ਆਪਣੇ ਚੋਣ ਲੜਨ ਦਾ ਇੱਕ ਰਾਈਟ ਔਰ ਹੱਕ ਹੈ। ਸੋ ਕੈਪਟਨ ਸਾਹਿਬ ਉਸ ਰਾਈਟ ਨੂੰ ਐਕਸਰਸਾਈਜ਼ ਕਰ ਰਹੇ ਨੇ, ਕਰ ਲੈਣ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਢੀਂਡਸਾ ਸਾਹਿਬ ਨੇ ਰਾਈਟ ਨੂੰ ਐਕਸਰਸਾਈਜ਼ ਕੀਤਾ, ਅਸੀਂ ਕਿਹੜਾ ਮਨਾ ਕੀਤਾ, ਅਸੀਂ ਕਿ ਜੀ ਕਰ ਲੈਣ। ਸੋ ਭਾਵੇਂ ਢੀਂਡਸਾ ਜੀ ਨੇ ਬ੍ਰੇਕਵੇ ਗਰੁੱਪ ਬਣਾਇਆ ਤਾਂ ਬੜੀ ਕਿਆਸ ਲਾਈਆਂ ਗਈਆਂ ਕਿ ਢੀਂਡਸਾ ਜੀ ਜਿਹੜੇ ਨੇ ਉਹ BJP ਦੇ ਨਾਲ ਅਲਾਈਨ ਹੋਣਗੇ। BJP ਦੇ ਕਹਿਣ ਤੇ ਉਹਨਾਂ ਨੇ ਕੀਤਾ ਹੈ, BJP ਨੇ ਇਹਨਾਂ ਨੂੰ ਅਵਾਰਡ ਵੀ ਦਿੱਤਾ ਹੈ। ਇਸ ਭਾਰਤ ਸਰਕਾਰ ਨੇ BJP ਸਰਕਾਰ ਜਿਹੜੀ ਹੈਗੀ ਹੈ ਉਸ ਨਾਲ ਜੁੜੀਆਂ। ਹੁਣ ਸੇਮ ਕੈਪਟਨ ਸਾਹਿਬ ਦਾ ਟਾਈਮ ਆ ਗਿਆ। ਹੁਣ ਕੈਪਟਨ ਸਾਹਿਬ ਨੂੰ ਤਾਂ ਜੋ ਕੈਪਟਨ ਸਾਹਿਬ ਦੀ ਜ਼ੁਬਾਨੀ ਦੇਖੀ ਹੈ ਤੇ ਉਹਨਾਂ ਨੂੰ ਕਾਂਗਰਸ ਨੇ ਹਿਊਮਿਲੇਟ ਜਲੀਲ ਕਰਕੇ ਪਾਰਟੀ ਤੋਂ ਬਾਹਰ ਕੀਤਾ ਹੈ, ਜਾਂ ਹਿਊਮਿਲੇਟ ਕਰ ਰਹੇ ਸੀਗੇ। ਪਾਰਟੀ ਬਾਹਰ ਨਹੀਂ ਕੀਤਾ, ਹਿਊਮਿਲੇਟ ਕਰ ਰਹੇ ਸੀਗੇ CMਸ਼ਿਪ ਦੇ ਮਾਮਲੇ 'ਚ ਬਾਰ-ਬਾਰ ਮੀਟਿੰਗਾਂ ਕਰਕੇ। ਸੋ ਉਹਨਾਂ ਨੇ ਗਵਰਨਰ ਹਾਊਸ ਤੋਂ ਰਿਜ਼ਾਈਨ ਕਰਨ ਤੋਂ ਬਾਅਦ ਇਹ ਗੱਲ ਬੋਲੀ ਸੀਗੀ। ਸੋ ਕੈਪਟਨ ਸਾਹਿਬ ਛੱਡ ਰਹੇ ਨੇ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ। ਅੱਜ ਤਾਂ ਹਮੇਸ਼ਾ ਹੀ ਕੈਪਟਨ ਸਾਹਿਬ ਦੇ ਖਿਲਾਫ 2017 ਦੇ ਇਲੈਕਸ਼ਨ 'ਚ ਵੀ ਜਿਹੜਾ ਹੈਗਾ ਅਸੀਂ ਦਬਾ ਕੇ ਆਪਣੀ ਗੱਲ ਇਹਨਾਂ ਦੇ ਖਿਲਾਫ ਰੱਖੀ ਸੀ, ਅਸੀਂ ਅੱਜ ਵੀ ਰੱਖ ਰਹੇ ਸੀ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਸਾਡੇ ਨਾਲ ਜੋੜਨਾ ਠੀਕ ਨਹੀਂ ਹੈ। ਅਬਵ ਆਲ ਜਦ ਅੱਜ ਕੈਪਟਨ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਸਾਫ਼ ਕਿਹਾ था ਕਿ ਮੇਰੀ BJP ਨਾਲ ਕੋਈ ਗੱਲ ਨਹੀਂ ਹੋਈ। ਉਹਨਾਂ ਸਪਸ਼ਟ ਕਿਹਾ ਕਿ BJP ਨਾਲ ਹਲੇ ਮੇਰੀ ਕੋਈ ਗੱਲ ਨਹੀਂ ਹੋਈ, ਜਦ ਹੋਏਗੀ ਤਾਂ ਦੇਖਾਂਗੇ, ਪਰ ਮੈਂ ਸਾਰੀਆਂ ਪਾਰਟੀਆਂ ਨਾਲ ਅਲਾਈਨ ਕਰਨਾ ਚਾਹੁੰਦਾ। ਨਾ ਤਾਂ ਕਾਂਗਰਸ ਦੇ ਨਾਲ ਜਾ ਸਕਦੇ ਨੇ, ਨਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜਾ ਸਕਦੇ ਨੇ। ਤੇ ਜਿਹੜੇ ਨਾਨ ਕਾਂਗਰਸ ਨਾਨ ਸ਼੍ਰੋਮਣੀ ਅਕਾਲੀ ਦਲ ਫੋਰਸਿਸ ਹੈ ਪੰਜਾਬ 'ਚ, ਉਸ 'ਚੋਂ ਢੀਂਡਸਾ ਜੀ ਦਾ ਨਾਂ ਲੈਂਦੇ ਨੇ ਜਾਂ ਭਾਰਤੀ ਜਨਤਾ ਪਾਰਟੀ ਦਾ ਨਾਂ ਲੈਂਦੇ ਨੇ, ਸ਼ਾਇਦ ਹੋਰ ਜਥੇਬੰਦੀਆਂ ਦੇ ਬਾਅਦ 'ਚ ਨਾਂ ਲੈਣਗੇ ਤੇ ਉਹਨਾਂ ਨਾਲ ਕਰਨਗੇ। ਮੇਰਾ ਇੰਨਾ ਕਹਿਣਾ ਭਾਰਤੀ ਜਨਤਾ ਪਾਰਟੀ ਦੇ ਨਾਤੇ ਕਿ ਕੈਪਟਨ ਸਾਹਿਬ ਆਪਣੀ ਪਾਰਟੀ ਬਣਾ ਲੈਣ। ਪਾਰਟੀ ਬਣਾਉਣ ਤੋਂ ਬਾਅਦ ਕੈਪਟਨ ਸਾਹਿਬ ਫਾਰਮਲੀ ਸਾਡੀ ਨੈਸ਼ਨਲ ਹਾਈ ਕਮਾਂਡ, ਖਾਸ ਕਰਕੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਜੀ ਕੋਲ ਆਪਣੀ ਗੱਲ ਰੱਖਣਗੇ ਅਲਾਈਅੰਸ ਦੀ, ਤੇ ਫਿਰ ਸਾਡਾ ਨੈਸ਼ਨਲ ਹਾਈ ਕਮਾਂਡ ਗੱਲ ਕਰੇਗਾ। ਤਦ ਤੱਕ ਤਾਂ ਸਾਰੀ ਗੱਲਾਂ ਹਵਾ 'ਚ ਹੀ ਹੈ, ਇਸ ਕਰਕੇ ਉਹਨਾਂ ਦੇ ਉੱਪਰ ਕੋਈ ਬੜਾ ਕਮੈਂਟ ਕਰਨਾ ਵਾਜਿਬ ਨਹੀਂ ਹੈ। ਮੈਂ ਆਪਣੇ ਦੋਨੋਂ ਇਹਨਾਂ ਨੂੰ ਕਹਿਣਾ ਚਾਹੂੰਗਾ, ਕਲੇਰ ਸਾਹਿਬ ਔਰ ਸੰਧੂ ਸਾਹਿਬ ਨਾਲ ਸਾਡਾ ਬੜਾ ਲੰਬਾ ਸਾਰਾ 5-6 ਸਾਲ ਦਾ ਯਾਰਾਨਾ ਹੈ। ਮੈਂ ਇਹਨਾਂ ਕਹਿਣਾ ਚਾਹੂੰਗਾ ਸੰਧੂ ਸਾਹਿਬ ਕਿ ਵੀ 117 ਤੇ ਭਾਰਤੀ ਜਨਤਾ ਪਾਰਟੀ ਨੂੰ ਕੈਂਡੀਡੇਟਸ ਦੀ ਕੋਈ ਘਾਟ ਨਹੀਂ ਹੈ। ਪ੍ਰੋਬਲਮ ਪੰਜਾਬ ਦੇ ਅੰਦਰ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਪੁਲਿਸ ਹੈ ਉਹ ਕਾਂਗਰਸ ਸਰਕਾਰ ਦਾ ਪੋਲੀਟੀਕਲ ਏਜੰਡਾ ਪੂਰਾ ਕਰਦੇ ਹੋਏ ਆਪਣੀ ਡਿਊਟੀ ਨਹੀਂ ਨਿਭਾ ਪਾਉਂਦੀ। ਕੋਈ ਗੱਲ ਨਹੀਂ, ਜਦ ਇਲੈਕਸ਼ਨ ਕੋਡ ਲਾਗੂ ਹੋ ਜਾਏਗਾ ਉਸ ਤੋਂ ਬਾਅਦ ਤਾਂ ਜਿਹੜੀਆਂ ਸਾਰੀਆਂ ਪੁਲਿਸ ਦਾ ਔਰ ਪ੍ਰਸ਼ਾਸਨ ਦਾ ਕੰਟਰੋਲ ਜੋ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਚੱਲ ਜਾਏਗਾ। ਉਸ ਵਕਤ ਧਿਆਨ 'ਚ ਆ ਜਾਏਗਾ ਕਿ BJP ਦੀ ਕਿੰਨੀ ਜਿਹੜੀ ਹੈਗਾ ਦਮ ਹੈ। 117 ਦੇ ਸਾਡੇ ਕੋਲ ਕੈਂਡੀਡੇਟਸ ਹੈ, ਸਾਡੇ ਕੋਲ ਕੈਂਡੀਡੇਟਸ ਦੀ ਕੋਈ ਘਾਟ ਨਹੀਂ ਹੈ, ਠੀਕ ਹੈ। ਸਾਡੇ ਕੋਲ ਵਰਕਰਾਂ ਦੀ ਵੀ ਕੋਈ ਘਾਟ ਨਹੀਂ ਹੈ। ਬਾਕੀ ਚੋਣ ਜਿੱਤਾਂਗੇ, ਚੋਣ ਜਿੱਤਾਂਗੇ ਨਹੀਂ ਜਿੱਤਾਂਗੇ, ਇਹ 2022 ਦਾ ਜਿਹੜਾ ਹੈਗਾ ਸਮਾਂ ਸਾਨੂੰ ਦੱਸੇਗਾ। ਸਾਨੂੰ ਕਿ ਸਾਰਿਆਂ ਨੂੰ ਦੱਸੇਗਾ, ਕਾਂਗਰਸ ਪਾਰਟੀ ਨੂੰ ਵੀ ਦੱਸੇਗਾ, ਸ਼੍ਰੋਮਣੀ ਅਕਾਲੀ ਦਲ ਨੂੰ ਦੱਸੇਗਾ, ਆਮ ਆਦਮੀ ਪਾਰਟੀ ਦਾ ਕੋਈ ਨਹੀਂ ਆਇਆ ਉਹਨਾਂ ਨੂੰ ਵੀ ਦੱਸੇਗਾ। ਲੇਕਿਨ ਮੈਨੂੰ ਲੱਗਦਾ ਕਿ ਸਾਨੂੰ 2022 ਤੱਕ ਵੇਟ ਕਰਨੀ ਚਾਹੀਦੀ। ਪਰ BJP ਨੂੰ ਪੰਜਾਬ ਦੇ ਅੰਦਰ ਕੈਂਡੀਡੇਟਸ ਦੀ ਜਿਹੜੀ ਹੈ ਕਿਸੇ ਤਰੀਕੇ ਵੀ ਕੋਈ ਕਮੀ ਨਹੀਂ ਹੈ। ਦੇਖੋ ਨਿੱਜੀ ਲੜਾਈ ਕੈਪਟਨ ਅਮਰਿੰਦਰ ਲੜ ਰਹੇ ਨੇ, ਡਾਕਟਰ ਸੰਧੂ ਨੇ ਕਿਹਾ, ਤੇ ਮੈਂ ਕਹੂੰਗਾ ਨਵਜੋਤ ਸਿੰਘ ਸਿੱਧੂ ਵੀ ਨਿੱਜੀ ਲੜਾਈ ਲੜ ਰਹੇ ਨੇ। ਨਵਜੋਤ ਸਿੰਘ ਸਿੱਧੂ ਜੀ ਨੇ ਪਹਿਲੇ ਤਾਂ ਪਾਰਟੀ ਪ੍ਰਧਾਨ ਦੀ ਲੜਾਈ ਲੜੀ, ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਫਿਰ ਉਹਨਾਂ ਨੇ CM ਨੂੰ ਹਟਾਉਣ ਦੀ ਲੜਾਈ ਲੜੀ, ਔਰ CM ਹਟਾਉਣ ਤੋਂ ਬਾਅਦ ਚੰਨੀ ਸਾਹਿਬ CM ਬਣ ਗਏ। ਇੱਕ ਬਹੁਤ ਚੰਗਾ ਕਾਂਗਰਸ ਨੇ ਕਦਮ ਚੱਕਿਆ ਪੰਜਾਬ
ਪੰਜਾਬ ਦੇ ਅੰਦਰ 32% ਜਿਹੜਾ ਸਾਡਾ ਦਲਿਤ ਸਮਾਜ ਹੈ ਉਹਨਾਂ ਨੂੰ ਜਿਹੜਾ ਹੈਗਾ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਉਹਨਾਂ ਦਾ ਮਾਨ ਸਨਮਾਨ ਵਧਾਇਆ ਹੈ ਇਹਨਾਂ ਨੇ ਇਹ ਕਰਕੇ, ਠੀਕ ਹੈ। ਹੁਣ ਉਸ ਤੋਂ ਬਾਅਦ ਨਵਜੋਤ ਸਿੰਘ ਚੰਨੀ ਸਾਹਿਬ ਦੇ ਪਿੱਛੇ ਪੈ ਗਏ। ਤਾਂ ਜਿਹੜੀ ਲੜਾਈ ਲੜੀ ਜਾ ਰਹੀ ਹੈ ਪਾਵਰ ਦੀ, ਸੱਤਾ ਦੀ ਜਿਹੜੀ ਹੈ, ਉਹ ਸੱਤਾ ਔਰ ਪਾਵਰ ਦੀ ਲੜਾਈ ਜਿਹੜੀ ਹੈਗੀ ਹੈ ਨਾ, ਨਿੱਜੀ ਲੜਾਈ, ਉਹ ਲੜ ਰਹੇ ਨੇ। ਜੀ ਬਿਲਕੁਲ, ਜਿਹੜਾ ਵਿਨੀਤ ਜੀ ਬਿਲਕੁਲ ਜਿਹੜਾ ਹੈਗਾ ਤੁਹਾਡਾ ਕਮੈਂਟ, ਪਰ ਮੈਂ ਅਮਰਿੰਦਰ ਦਾ ਇਸ ਕਰਕੇ ਸਵਾਲ ਤੁਹਾਡੇ ਤੋਂ ਦੁਬਾਰਾ ਲੈਣ ਲੱਗਿਆ ਹਾਂ ਕਿਉਂਕਿ ਉਹਨਾਂ ਨੇ ਸਾਰੀ ਪ੍ਰੈਸ ਕਾਨਫਰੰਸ ਦੇ ਦੌਰਾਨ ਅੱਜ ਬਾਰ-ਬਾਰ ਕਈ ਮੌਕਿਆਂ ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਜਦੋਂ ਦੂਜੀਆਂ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਜਦੋਂ ਦੇਸ਼ ਦੀ ਉਹਨਾਂ ਨੇ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਆ, ਪਾਕਿਸਤਾਨ ਦੇ ਹਮਲਿਆਂ ਦੀ ਗੱਲ ਕਰਦੇ ਆ, ਸੁਰੱਖਿਆ ਦੀ ਗੱਲ ਕਰਦੇ ਆ, ਤਾਂ ਉਹ ਕਹਿੰਦੇ ਕਿ ਦੂਜੀਆਂ ਧਿਰਾਂ ਨੂੰ ਸਮਝ ਨਹੀਂ ਹੈਗੀ ਇਸ ਮਾਮਲੇ 'ਚ। ਜਿਹੜੀ ਭਾਜਪਾ ਜਿਹੜੀ ਹੈਗੀ ਭਾਜਪਾ ਦੇ ਸਟੈਂਡ ਦੀ ਮੈਂ ਹਮਾਇਤ ਕਰਦਾ, ਇਸ ਕਰਕੇ ਵੀ ਭਾਜਪਾ ਦੇ ਨਾਲ ਸਾਂਝਦੇ ਹੋ ਗੱਲ ਕਰ ਰਿਹਾ ਕਿ ਸਾਡੇ ਇਸ ਮੁੱਦੇ ਤੇ ਕਈਆਂ ਮੁੱਦਿਆਂ ਦੇ ਵਿਚਾਰ ਆਪਸ ਵਿੱਚ ਮਿਲਦੇ ਆ। ਵਿਨੀਤ ਜੀ ਸੰਖੇਪ ਜਿਹਾ ਕਮੈਂਟ ਪਲੀਜ਼। ਮੈਂ ਕੱਲ ਵੀ ਇਹ ਗੱਲ ਕਹੀ ਹੈ ਕਿ ਕੈਪਟਨ ਸਾਹਿਬ ਦਾ ਜਿਹੜਾ ਬੀਜੇਪੀ ਜਾਂ ਨੈਸ਼ਨਲਿਸਟਿਕ ਪਾਰਟੀਆਂ ਨਾਲ ਇੱਕ ਜਗ੍ਹਾ ਹੀ ਸਾਂਝ ਹੁੰਦੀ ਜਿੱਥੇ ਉਹ ਪਾਕਿਸਤਾਨ, ਚਾਈਨਾ ਜਾਂ ਆਰਮੀ ਦੇ ਇਸ਼ੂਜ਼ ਤੇ ਬੋਲਦੇ ਨੇ। ਇਹਦੇ ਇਲਾਵਾ ਸਾਡੀ ਕੋਈ ਸਾਂਝ ਨਹੀਂ ਉਹਨਾਂ ਨਾਲ, ਇਸ ਇਸ਼ੂਜ਼ ਤੇ ਬੋਲਦੇ ਨੇ ਔਰ ਇਸ ਇਸ਼ੂਜ਼ ਦੇ ਉੱਪਰ ਉਸ ਇਸ਼ੂਜ਼ ਦੇ ਉੱਪਰ ਬੇਬਾਕੀ ਨਾਲ ਪਹਿਲੇ ਤੇ ਬੋਲਦੇ ਆ ਰਹੇ ਨੇ, ਕੋਈ ਨਈ ਚੀਜ਼ ਨਹੀਂ ਹੈ। 2016 ਚ ਵੀ 2015 ਚ ਵੀ ਬੋਲੇ, 2018 ਚ ਵੀ ਬੋਲੇ, 2019 ਚ ਬੋਲੇ, ਹਰ ਵਾਰ ਬੋਲਦੇ ਨੇ ਇਸ ਇਸ਼ੂ ਦੇ ਉੱਪਰ। ਸੋ ਇਸ ਇਸ਼ੂ ਦੇ ਉੱਪਰ ਤੇ ਉਹ ਹਮੇਸ਼ਾ ਹੀ ਇੱਕ ਨੈਸ਼ਨਲਿਸਟਿਕ ਰਿਹਾ ਉਹਨਾਂ ਦਾ ਅਪਰੋਚ। ਸੋ ਇਸ ਨੂੰ ਬੀਜੇਪੀ ਨਾਲ ਜੋੜਨਾ ਕੋਈ ਬੜੀ ਨਹੀਂ, ਬੀਜੇਪੀ ਵੀ ਇਹਦੇ ਉੱਪਰ ਰਾਏ ਰੱਖਦੀ ਹੈ। ਚਾਰ ਲੋਕਾਂ ਦੀ ਰਾਏ ਇੱਕ ਮੁੱਦੇ ਉੱਪਰ ਕਾਮਨ ਹੋ ਸਕਦੀ ਹੈ ਨਾ, ਇੱਕ ਹੋ ਸਕਦੀ ਹੈ। ਬਿਲਕੁਲ ਠੀਕ, ਬਿਲਕੁਲ ਠੀਕ। ਇਹਦੇ ਨਾਲ ਇਹ ਨਾ ਜੋੜੋ ਕਿ ਕਿਤੇ ਬੀਜੇਪੀ ਔਰ ਇਹਨਾਂ ਦਾ ਆਪਸ ਚ ਕੋਈ ਹੈਗਾ, ਇਹ ਪਿਓਰ ਕਾਂਗਰਸੀ ਸੀਗੇ ਔਰ ਕਿਹਾ ਕਿ ਅਗਲੇ 10 ਦਿਨ ਹਲੇ ਮੈਂ ਹੋਰ ਵੀ ਹਲੇ ਕਾਂਗਰਸੀ ਹੈਗਾ। ਜੀ ਜੀ ਮਿਹਰਬਾਨੀ। ਡਾਕਟਰ ਸੰਧੂ ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਸੀ, ਪਰ ਜਿਹੜੀ ਵਿਨੀਤ ਉਹਨਾਂ ਨੇ ਗੱਲ ਕਹੀ ਹੈ ਕਿ ਕੋਈ ਗੱਲ ਨਹੀਂ ਹੈ, ਸਾਡੇ ਕੋਲੇ 117 ਸੀਟਾਂ ਦੇ ਲੜਨ ਲਈ ਆਪਣੇ ਉਮੀਦਵਾਰ ਵੀ ਹੈਗੇ ਹੈ, ਪਰ ਕੁਝ ਵਿਚਾਰ ਜਾਂ ਕੋਈ ਸੋਚ ਹੈਗੀ ਹੈ ਜਿਹੜੀ ਭਾਜਪਾ ਦੇ ਨਾਲ ਮਿਲਦੀ ਹੈ, ਪਰ ਅਜੇ ਸਾਡੀ ਕੋਈ ਇਦਾਂ ਦਾ ਅਲਾਇੰਸ ਵਾਲੀ ਜਾਂ ਗਠਬੰਧਨ ਵਾਲੀ ਗੱਲ ਕੈਪਟਨ ਅਮਰਿੰਦਰ ਦੇ ਨਾਲ ਨਹੀਂ ਹੈ। ਜੀ ਡਾਕਟਰ ਸੰਧੂ ਨੇ ਤਾਂ ਡਿਨਾਈ ਕੀਤਾ ਕੈਪਟਨ ਅਮਰਿੰਦਰ ਨੇ ਵੀ ਮੇਰੀ ਕੋਈ ਇਸ ਗੱਲ ਦੇ ਉੱਤੇ ਗੱਲਬਾਤ ਜਿਹੜੀ ਹੈ ਭਾਜਪਾ ਨਾਲ ਨਹੀਂ ਹੋਈ, ਨਾ ਹੀ ਮੇਰੀ ਢੀਂਡਸੇ ਨਾਲ ਹੋਈ ਹੈ। ਇਹ ਤਾਂ ਅਟਕਲਾਂ ਪ੍ਰੈਸ ਲਾਈ ਜਾਂਦੀ ਹੈ ਵੀ ਉਧਰ ਨੂੰ ਜਾਊਗਾ ਇੱਧਰ ਨੂੰ ਜਾਊਗਾ। ਗੱਲ ਤਾਂ ਹੈ ਵੀ ਅੱਜ ਬੜਾ ਅਫਸੋਸ ਹੋਇਆ ਤੇ ਬੜਾ ਤਰਸ ਆਇਆ, ਇਹੋ ਜਿਹੀ ਇੱਕ ਸ਼ਖਸੀਅਤ ਜਿਹੜੀ ਹੈ ਜਿਹਦੇ ਚਿਹਰੇ ਦੇ ਉੱਤੇ ਕਾਂਗਰਸ ਨੇ ਸਰਕਾਰ ਬਣਾ ਲਈ 2017 ਦੇ ਵਿੱਚ, ਉਹ ਅੱਜ ਇਕੱਲਾ ਬੈਠਾ ਮਾਈਕ ਹੱਥ 'ਚ ਫੜ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਨਾਮ ਤੌਰ ਤੇ ਮੇਜ਼ ਭਰਿਆ ਹੁੰਦਾ ਮਾਈਕਾਂ ਦੇ ਨਾਲ ਤੇ ਪੈਨਲ ਬੈਠਾ ਹੁੰਦਾ, ਤੇ ਅੱਜ ਇਕੱਲਾ ਹੀ ਕਰ ਰਿਹਾ ਸੀਗਾ ਕੈਪਟਨ ਸਾਹਿਬ ਪ੍ਰੈਸ ਕਾਨਫਰੰਸ ਤੇ ਸਵਾਲ ਜਵਾਬ ਕਰ ਰਹੇ ਸੀਗੇ। ਇਹਦੇ ਨਾਲ ਥੋੜਾ ਜਿਹਾ ਦੇਖੋ ਇੰਡੀਵਿਜੂਅਲੀ ਐਜ਼ ਐਨ ਇੰਡੀਵਿਜੂਅਲ ਐਜ਼ ਅ ਹਿਊਮਨ ਬੀਇੰਗ ਹੋਰ ਚੀਜ਼ ਹੁੰਦੀ ਹੈ, ਲੋਕਾਂ ਦੇ ਰਿਪਰੈਜ਼ੈਂਟੇਟਿਵ ਬਣ ਕੇ ਲੋਕਾਂ ਦੇ ਉਮੀਦਾਂ ਤੇ ਖਰੇ ਉਤਰਨਾ ਤੇ ਆਪਦੇ ਕੀਤੇ ਵਾਅਦਿਆਂ ਦੇ ਉੱਤੇ ਖਰੇ ਉਤਰਨਾ ਤੇ ਇੱਕ ਕਰੈਕਟਰ ਦੇ ਨਾਲ ਚੱਲਣਾ। ਇਹ ਜਿੰਨਾ ਵੀ ਆ ਪਿਛਲਾ ਅਫਸੋਸਨਾਕ ਜਾਂ ਅਫਸੋਸਜਨਕ ਹੋਇਆ ਮਹੀਨੇ ਡੇਢ ਮਹੀਨੇ ਜਿਹਦੇ ਵਿੱਚ ਪਰਸਨਲ ਬਹੁਤ ਗੱਲਾਂ ਆਈਆਂ ਨੇ, ਇਹ ਸਾਰੀਆਂ ਜਿਹੜੀਆਂ ਹੈਗੀਆਂ ਅਵੋਇਡ ਕੀਤੀਆਂ ਜਾ ਸਕਦੀਆਂ ਸੀਗੀਆਂ ਜੇ ਇੱਕ ਪਾਰਟੀ ਸੁਪਰੀਮ ਹੁੰਦੀ ਆ, ਪਾਰਟੀ ਨੇ ਕਿਹਾ ਜੀ ਅਸਤੀਫਾ ਦੇ ਦਿਓ ਤੇ ਅਸਤੀਫਾ ਦੇ ਦਿੰਦੇ ਤੇ ਉਸ ਤੋਂ ਬਾਅਦ ਕੁਝ ਵੀ ਹੁੰਦਾ ਤੇ ਪਾਰਟੀ ਦੇ ਵਿੱਚ ਆਰਾਮ ਨਾਲ ਬੈਠਦੇ। ਲੇਕਿਨ ਸ਼ੁਰੂਆਤ ਇਹਨਾਂ ਨੇ ਇਹੋ ਜਿਹੀ ਕੀਤੀ ਕਿ ਮੈਂ ਨਵਜੋਤ ਸਿੰਘ ਸਿੱਧੂ ਨੇ ਕਰਾਇਆ, ਫਲਾਨਾ ਕਰਾਇਆ, ਜੱਫੀ ਪਾ ਕੇ ਆਇਆ ਸੀ, ਫਲਾਨਾ ਕਰਕੇ ਆਇਆ ਸੀ। ਜੀ ਉਦਘਾਟਨ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਪ੍ਰਾਈਮ ਮਿਨਿਸਟਰ ਖੁਦ ਕਰਕੇ ਆਏ ਸੀ, ਹਰਸਿਮਰਤ ਬਾਦਲ ਵੀ ਗਈ ਸੀ ਪਰਲੇ ਪਾਰ। ਗੱਲ ਤਾਂ ਇਹ ਹੈ ਵੀ ਇਹਨੂੰ ਨਿੱਜੀ ਥੈਂਕ ਯੂ ਡਾਕਟਰ ਸੰਧੂ ਤੁਹਾਡੀ ਗੱਲ। ਹਾਂਜੀ ਤੇ ਬਾਕੀ ਇਹ ਪਾਰਟੀ ਪੁਲਟੀ ਬਣਾਉਣੀ ਮੇਰੇ ਹਿਸਾਬ ਨਹੀਂ ਵੀ ਪਾਰਟੀ ਬਣਾ ਕੇ ਕੋਈ ਸੀਟ ਇਹਨਾਂ ਨੂੰ ਮਿਲੂਗੀ। ਚਲੋ ਸਮਾਂ ਦੱਸੇਗਾ ਇਸ ਗੱਲ ਦਾ ਜਿਹੜਾ। ਥੈਂਕ ਯੂ ਡਾਕਟਰ ਸੰਧੂ ਜੀ ਮਿਹਰਬਾਨੀ। ਫਿਰ ਆਨੇ ਆਪਾਂ ਐਸੇ ਮੁੱਦੇ ਤੇ ਕਲੀਅਰ ਸਾਹਿਬ। ਵਿਨੀਤ ਜੀ ਦਾ ਕਹਿਣਾ ਹੈ 117 ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਹੈ ਅਕਾਲੀ ਦਲ ਜਾਂ ਕਾਂਗਰਸ ਜਿੱਦਾਂ ਸੋਚਦੀ ਹੈ, ਸਾਡੇ ਕੋਲੇ ਉਮੀਦਵਾਰ ਵੀ ਹੈ ਔਰ ਅਸੀਂ ਡਟ ਕੇ ਪੰਜਾਬ ਜਿਤਾਰ ਦੇ ਫੈਸਲੇ ਤਾਂ ਬਾਅਦ ਚ ਹੁੰਦੇ, ਲੜਾਈ ਲੜਾਂਗੇ। ਜਿਹੜੇ ਮੁੱਦਿਆਂ ਤੇ ਕੈਪਟਨ ਗੱਲ ਕਰਦੇ ਆ ਉਹਨਾਂ ਮੁੱਦਿਆਂ ਤੇ ਭਾਜਪਾ ਤੇ ਅਮਰਿੰਦਰ ਦੀ ਆਪਸ ਵਿੱਚ ਸਾਂਝ ਵੀ ਬਣਦੀ ਹੈ। ਜੀ ਕਲੀਅਰ ਜੀ। ਦੇਖੋ ਮੈਂ ਫਿਰ ਜਗਤਾਰ ਜੀ ਉਸੇ ਗੱਲ ਤੇ ਕਹਿਣਾ ਕਿ ਡੈਮੋਕ੍ਰੇਸੀ ਹੈ, ਸਭ ਨੂੰ ਹੱਕ ਹੈ। ਮੈਂ ਇਸ ਗੱਲ ਤੇ ਕੋਈ ਦੋ ਰਾਏ ਨਹੀਂ ਕਿ ਭਾਰਤੀ ਜਨਤਾ ਪਾਰਟੀ ਨਹੀਂ ਲੜੂਗੀ। ਭਾਰਤੀ ਜਨਤਾ ਪਾਰਟੀ ਲੜੇ, ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਲੜਨ, ਇਕੱਲੇ ਲੜਨ, ਸੰਯੁਕਤ ਅਕਾਲੀ ਦਲ ਨੂੰ ਨਾਲ ਲੈ ਕੇ ਲੜਨ। ਗੱਲ ਪੰਜਾਬ ਦੇ ਮੁੱਦਿਆਂ ਦੀ ਹੈ ਔਰ ਜੋ ਅੱਜ ਦਾ ਮਾਹੌਲ ਹੈ ਪੰਜਾਬ ਦਾ, ਉੱਥੇ ਭਾਜਪਾ ਦੇ ਅਗੇਂਸਟ ਇੱਕ ਬਹੁਤ ਸਟਰੋਂਗ ਸੈਂਟੀਮੈਂਟ ਹੈ, ਚਾਹੇ ਉਹ ਰੂਰਲ ਬੈਲਟ ਹੋਵੇ ਪੰਜਾਬ ਦੀ, ਚਾਹੇ ਅਰਬਨ ਹੋਵੇ।
ਸੋ ਐਸੀ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ, ਮੈਂ ਭਾਜਪਾ ਦੇ ਇਲੈਕਸ਼ਨ ਲੜਨ ਨੂੰ ਚੈਲੰਜ ਨਹੀਂ ਕਰ ਰਿਹਾ, ਪਰ ਮੈਂ ਉਸ ਪਬਲਿਕ ਸਪੋਰਟ ਦੀ ਗੱਲ ਕਰ ਰਿਹਾ ਜਿਹੜੀ ਭਾਜਪਾ ਤੋਂ ਇਸ ਸਮੇਂ ਕੋਹਾਂ ਦੂਰ ਖੜੀ ਹੈ ਇਹ 3 ਕਾਲੇ ਕਾਨੂੰਨਾਂ ਕਰਕੇ, ਜਾਂ ਹੋਰ ਕੁਝ ਜਿਸ ਤਰੀਕੇ ਦੇ ਨਾਲ ਦੇਸ਼ 'ਚ ਕੀਤਾ ਜਾ ਰਿਹਾ, ਚਾਹੇ ਜਿਸ ਤਰੀਕੇ ਨਾਲ BSF ਦਾ ਦਾਇਰਾ ਵਧਾਇਆ ਗਿਆ। ਸੋ ਪੰਜਾਬ ਦੇ ਵਿੱਚ ਭਾਜਪਾ ਦੇ ਅਗੇਂਸਟ ਇੱਕ ਬਹੁਤ ਸਟਰੋਂਗ ਸੈਂਟੀਮੈਂਟ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਭਾਜਪਾ 2022 ਦੇ ਵਿੱਚ ਉਸ ਸਥਿਤੀ ਦੇ ਵਿੱਚ ਵੀ ਹੈਗੀ ਹੈ ਕਿਸੇ ਨੂੰ ਟੱਕਰ ਦੇ ਸਕੇ। ਇੱਕ ਸਵਾਲ ਜਿਹੜਾ ਕਿ ਜੀ ਆਪਾਂ ਬ੍ਰੇਕ ਲੈਣ ਤੋਂ ਪਹਿਲਾਂ ਇੱਕ ਸਵਾਲ, ਸਮਾਂ ਵੀ ਘੱਟ ਹੈ ਪਰ ਸਵਾਲ ਜ਼ਰੂਰੀ ਵੀ ਹੈ, ਕਿਉਂਕਿ ਕੈਪਟਨ ਅਮਰਿੰਦਰ 4.5 ਸਾਲ ਦੇ ਸਮੇਂ ਤੁਹਾਡੀ ਅਕਾਲੀ ਦਲ ਵੀ ਦੂਜੀਆਂ ਵਿਰੋਧੀ ਤਰ੍ਹਾਂ ਵੀ ਆਵਾਜ਼ ਉਠਾਉਂਦੀਆਂ ਕਿ ਕੈਪਟਨ ਅਮਰਿੰਦਰ ਦੀ ਪਰਫਾਰਮੈਂਸ ਨਿਲ ਰਹੀ ਹੈ, ਕਾਰਗੁਜ਼ਾਰੀ ਦੇ ਸਵਾਲ ਉੱਠਦੇ ਹੈ, ਤੇ ਜੇ ਹੁਣ ਨਵੀਂ ਪਾਰਟੀ ਬਣਾ ਕੇ ਚਿਹਰਾ ਲੈ ਕੇ ਅੱਗੇ ਆਉਂਦੇ ਹੈ ਤਾਂ ਕੀ ਉਹ ਜਿਹੜੀ ਕਾਂਗਰਸ ਦੇ ਨਾਲ ਤੁਰੀ ਆਉਂਦੀ ਸੀ ਪਰਫਾਰਮੈਂਸ, ਉਹ ਹੁਣ ਅੱਗੇ ਉਹ ਜਿਹੜਾ ਹੈਗਾ ਥੈਲਾ ਨਾਲ ਜਾਏਗਾ ਕੈਪਟਨ ਅਮਰਿੰਦਰ ਦੇ, ਜਾਂ ਨਵੇਂ ਤੌਰ ਤੇ ਪੰਜਾਬੀਆਂ ਅੱਗੇ ਪੇਸ਼ ਹੋ ਕੇ ਭਰੋਸਾ ਲੈ ਸਕਦੇ ਹੈ? ਨਹੀਂ ਸਿੱਧੂ ਸਾਹਿਬ ਦੇਖੋ ਬੜੀ ਸਪਸ਼ਟ ਗੱਲ ਹੈ, ਇਕੱਲੇ ਕੈਪਟਨ ਅਮਰਿੰਦਰ ਸਿੰਘ ਨਿਲ ਨਹੀਂ ਰਹੇ, ਕਾਂਗਰਸ ਸਮੂਹਿਕ ਤੌਰ ਤੇ ਨਿਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਮੁੱਖ ਮੰਤਰੀ ਹੋ ਗਏ, ਜਿਹੜੇ ਬਾਕੀ ਡਿਪਾਰਟਮੈਂਟ ਸੀ ਮੰਤਰੀ ਇੰਡੀਪੈਂਡੈਂਟ ਸੀ, ਇਹਨਾਂ ਨੇ ਕਿਹੜਾ ਕੁਝ ਕੀਤਾ? ਕਿਸੇ ਨੇ ਇੱਕ ਵੀ ਕੀਤਾ? ਪਰ ਅੱਜ ਵੀ 1.5 ਮਹੀਨੇ ਤੋਂ ਉੱਪਰ ਹੋ ਗਿਆ ਇੱਕ ਸਰਕਾਰ ਬਣੀ ਨੂੰ, ਨਵੀਂ ਸਰਕਾਰ ਬਣੀ ਨੂੰ, ਤੇ ਇਹਨਾਂ ਨੇ ਉਹਦੇ 'ਚ ਵੀ ਕੀ ਕਰ ਲਿਆ? ਸੋ ਕਿਤੇ ਨਾ ਕਿਤੇ ਨੌਨ ਪਰਫਾਰਮੈਂਸ ਕਾਂਗਰਸ ਤੇ ਵੀ ਓਟੀ ਵੱਡੀ, ਔਰ ਕੈਪਟਨ ਅਮਰਿੰਦਰ ਸਿੰਘ ਤੇ ਤਾਂ ਹੈ ਹੀ ਹੈ, ਕਿਉਂਕਿ 4.5 ਸਾਲ ਮੁੱਖ ਮੰਤਰੀ ਉਹ ਸੀ। ਸੌਹਾਂ ਖਾਣ ਦੇ ਵਿੱਚ, ਕਿਉਂਕਿ ਜਿਹੜੀ ਕਾਂਗਰਸ ਦੀ ਬਰਾਤ ਨੇ ਸਹੁੰ ਖਾਧੀ ਸੀ, ਉਹਦਾ ਜਿਹੜਾ ਲਾੜਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਸੀ। ਸੋ ਇਹ ਡਿਸਕ੍ਰੈਡਿਟਡ ਨੇ, ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ। ਸੋ ਕਿਸੇ ਵੀ ਤਰੀਕੇ ਦੀ ਇਲੈਕਸ਼ਨ ਲੜ ਲੈਣ, ਇਕੱਲੇ ਲੜ ਲੈਣ, ਕਿਸੇ ਦੇ ਨਾਲ ਲੜ ਲੈਣ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਰਾਜਨੀਤੀ 'ਚ ਕੋਈ ਇੰਪੈਕਟ ਛੱਡ ਪਾਉਣਗੇ 2022 ਦੇ ਵਿੱਚ। ਜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਜੁਗੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਡਾਕਟਰ ਸੰਧੂ ਮੈਂ ਆ ਰਿਹਾ ਤੁਹਾਡੇ ਵੱਲ ਵੀ, ਪਰ ਕਾਫੀ ਦੇਰ ਦੇ ਵਿਨੀਤ ਜੋਸ਼ੀ ਜੀ ਇੰਤਜ਼ਾਰ ਕਰ ਰਹੇ। ਵਿਨੀਤ ਜੀ ਤੁਹਾਡੇ ਤੋਂ ਸਵਾਲ ਲੈਣ ਲੱਗਿਆ, ਸਵਾਲ ਮੁੱਦਿਆਂ ਨਾਲ ਜੋੜ ਕੇ ਹੈ ਜਿਹੜਾ ਕਲੀਅਰ ਜੀ ਗੱਲ ਛੱਡ ਕੇ ਗਏ ਹੈ, ਔਰ ਉਹਦੇ 'ਚ ਵੀ ਇਹ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਹੈਗਾ 8 ਨਵੰਬਰ ਨੂੰ ਬੁਲਾਇਆ ਗਿਆ। ਕੀ ਸੈਸ਼ਨ ਦੇ ਅੰਦਰ ਜਿਹੜਾ ਹੈਗਾ ਸ਼ਾਮਲ ਹੋ ਕੇ ਜੁਆਇਨ ਕਰਕੇ ਇਹਨਾਂ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ? ਜਿਹੜਾ ਬਾਹਰ ਆਪਾਂ ਕਾਨਫਰੰਸਾਂ 'ਚ ਇੱਕ ਦੂਜੇ ਤੇ ਐਲੀਗੇਸ਼ਨ ਲਗਾਉਂਦੇ ਆ, ਜੇ ਪੰਜਾਬ ਐਡੇ ਵੱਡੇ ਸੰਕਟ 'ਚ ਹੈ ਜਾਂ ਕੋਈ ਸਮੱਸਿਆ ਹੈਗੀ ਹੈ, BSF ਦੀ ਗੱਲ ਕਰ ਲਈਏ, ਤਿੰਨੇ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ, ਤਾਂ ਜਿਹੜਾ ਪੰਜਾਬ ਵਿਧਾਨ ਸਭਾ ਇੱਕ ਚੁਣਿਆ ਵਾ ਪਲੇਟਫਾਰਮ ਜਿਹਨੂੰ ਕਹਿੰਦੇ ਪਵਿੱਤਰ ਸੈਸ਼ਨ ਹੈ, ਸਦਨ ਹੈ, ਉਹ ਪਵਿੱਤਰ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ, ਸਾਰੀਆਂ ਧਿਰਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਉਹਦੇ 'ਚ। ਵਿਨੀਤ ਜੀ। ਜਗਤਾਰ ਜੀ ਤੁਹਾਡੀ ਗੱਲ 100% ਠੀਕ ਹੈ, ਵਾਜਿਬ ਹੈ ਕਿ ਵੀ ਜਿਹੜਾ ਸਦਨ ਹੁੰਦਾ ਹੈ, ਚਾਹੇ ਉਹ ਅਸੈਂਬਲੀ ਦਾ ਚਾਹੇ ਪਾਰਲੀਮੈਂਟ ਹੈ, ਉਹ ਦੋਨੋਂ ਪਵਿੱਤਰ ਹੁੰਦੇ ਨੇ, ਔਰ ਉਹ ਪੁੰਨ ਦੀ ਪਵਿੱਤਰਤਾ ਦੀ ਇੱਕ ਆਪਣੀ ਹੀ ਪਹਿਚਾਨ ਹੈ। ਉੱਥੇ ਜਿਹੜੀ ਗੱਲ ਕਰਦੀ ਉਹਦਾ ਆਪਣਾ ਇੰਪੋਰਟੈਂਸ ਔਰ ਮੁੱਲ ਹੈ। ਮੈਂ ਇਹ ਕਹਿੰਦਾ ਕਿ ਵੀ ਜੇ ਗੱਲ ਰੱਖਣੀ ਸੀ ਤੇ ਉਹ ਅਸੈਂਬਲੀ ਅੰਦਰ ਰੱਖਦੇ ਨਾ, ਉਹਦੀ ਪਵਿੱਤਰਤਾ ਨੂੰ ਸੰਭਾਲ ਕੇ ਰੱਖਦੇ। ਜਿਸ ਦਿਨ ਇਹ ਆਰਡਰ ਪਾਸ ਹੋਇਆ ਕੇਂਦਰ ਸਰਕਾਰ ਵੱਲੋਂ, ਉਸ ਦਿਨ ਰਾਤੀ ਹੀ ਜਿਹੜਾ ਹੈਗਾ ਪੰਜਾਬ ਦੀ ਕਾਂਗਰਸ ਸਰਕਾਰ, ਜਿਹੜੇ ਸਾਡੇ ਡਿਪਟੀ CM ਰੰਧਾਵਾ ਸਾਹਿਬ, ਇਹ ਰਿਐਕਟ ਕਰ ਗਏ। ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਹੈ ਹਰਪਾਲ ਚੀਮਾ ਜੀ ਨੇ ਸਟੇਟਮੈਂਟ ਇਸ਼ੂ ਕਰਤਾ, ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਜੀ ਦੀ ਸਟੇਟਮੈਂਟ ਆ ਗਈ, ਤੇ ਇਹਨਾਂ ਨੇ ਤਾਂ ਸੈਸ਼ਨ ਦੀ ਵੇਟ ਨਹੀਂ ਕੀਤੀ ਔਰ ਤੁਰੰਤ ਜਿਹੜਾ ਹੈਗਾ ਆਪਣਾ ਰਿਐਕਸ਼ਨ ਦੇਤਾ। ਫਿਰ ਇਸ ਤਰ੍ਹਾਂ ਹੀ ਰੁਕੇ। ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਅੰਦਰ ਵੱਖ-ਵੱਖ ਸਮੇਂ ਦੇ ਉੱਪਰ ਇੱਕ ਦਿਨ 'ਚ ਤਿੰਨੋਂ ਪਾਰਟੀਆਂ ਵੱਖ-ਵੱਖ ਸਮੇਂ 'ਚ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਆਮ ਆਦਮੀ ਪਾਰਟੀ ਔਰ ਚਾਹੇ ਰੂਲਿੰਗ ਕਾਂਗਰਸ ਪਾਰਟੀ ਹੈ, ਇਹਨਾਂ ਦੇ ਮਿਨਿਸਟਰ ਦੇ CM, ਇਹ ਲਗਾਤਾਰ ਇਸ ਇਸ਼ੂ ਦੇ ਉੱਪਰ ਜਿਹੜਾ ਹੈ ਆਪਣਾ ਓਪੀਨੀਅਨ ਰੱਖਦੇ ਰਹੇ। ਇਹਦਾ ਮਤਲਬ ਸਦਨ ਦੀ ਜਿਹੜੀ ਮਰਿਆਦਾ ਦਾ ਧਿਆਨ ਤਾਂ ਇਹਨਾਂ ਨੇ ਵੀ ਰੱਖਿਆ, ਪਵਿੱਤਰਤਾ ਦਾ ਜਿਹੜੀ ਗੱਲ ਤੁਸੀਂ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਮੈਂ ਇਹਨਾਂ ਹੀ ਕਹੂੰਗਾ, ਦੇਖੋ BSF ਵਾਲੇ ਮੁੱਦੇ ਦੇ ਉੱਪਰ ਜਿਹੜਾ ਹੈਗਾ ਇੱਕ ਪਾਸੜ ਮਿਸ ਇਨਫੋਰਮੇਸ਼ਨ ਕੈਂਪੇਨ ਚਲਾਈ ਜਾ ਰਹੀ ਹੈ, ਠੀਕ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੈਂਪੇਨ ਚਲਾਈ ਜਾ ਰਹੀ ਹੈ, ਠੀਕ ਹੈ। ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਕਿ 1969 ਤੋਂ 15 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜਿਵੇਂ BSF ਕੰਮ ਕਰਦੀ ਸੀਗੀ, ਉਸ ਤਰ੍ਹਾਂ ਹੀ 50 ਕਿਲੋਮੀਟਰ 'ਚ ਕਰੇਗੀ ਨਾ। 15 ਕਿਲੋਮੀਟਰ 'ਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੀ ਪਾਵਰ ਦੇ ਉੱਪਰ ਕੋਈ ਡਾਕਾ ਪਿਆ ਨਾ, ਹੁਣ 50 ਕਿਲੋਮੀਟਰ 'ਚ ਪੈਣਾ। ਓਕੇ ਜੀ। ਔਰ ਟੈਕਨੋਲੋਜੀ ਜਿਹੜੀ ਹੈ, ਪਹਿਲੇ ਤਾਂ ਪਰਚੀਆਂ ਦੇ ਰਾਹੀਂ ਜਿਹੜਾ ਸਮਗਲਰ ਤਾਰਾਂ ਦੇ ਆਰ-ਪਾਰ ਪਰਚੀ ਸੁੱਟਦੇ ਸੀ, ਹੁਣ ਤਾਂ ਮੋਬਾਈਲ ਵੀ ਹੈਗੇ ਹੈ, ਹੁਣ ਤਾਂ ਡਰੋਨ ਵੀ ਹੈਗੇ ਨੇ, ਕਈ ਸਾਰੇ। ਇਹ ਡਰੋਨ ਨੇ ਇੱਕ ਬੜਾ ਨया ਡਾਇਮੈਂਸ਼ਨ ਐਡ ਕਰਤਾ ਹੈ। ਤੇ ਜੇ ਹੁਣ BSF, ਇੱਕ ਸੈਕਿੰਡ ਲਾਸਟ ਗੱਲ, ਜੇ BSF ਵਾਲੇ ਕਿਸੇ ਨੂੰ ਫੋਲੋ ਅਪ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਸੀ 15 ਕਿਲੋਮੀਟਰ ਦੀ ਰੇਂਜ, ਕੱਲੇ ਪੰਜਾਬ ਦੀ ਗੱਲ ਨਹੀਂ, ਪੂਰੇ ਦੇਸ਼ 'ਚ ਉਹਨੇ ਕਿਹਾ ਵੀ ਸਾਨੂੰ ਘੱਟ ਪੈ ਰਹੀ ਹੈ। ਉਹਨੇ ਕਿਹਾ ਠੀਕ ਹੈ ਜੀ, ਤੁਹਾਡੀ ਰੇਂਜ ਅਸੀਂ ਵਧਾ ਦਿੰਦੇ ਹਾਂ, ਪਰ ਪੰਜਾਬ ਪੁਲਿਸ ਦੀ ਪਾਵਰ ਤਾਂ ਕਿਤੇ ਖਤਮ ਨਹੀਂ ਹੋਈ, ਨਾ ਹੀ ਪੰਜਾਬ ਸਰਕਾਰ ਦੀ ਕੋਈ ਪਾਵਰ ਡਾਕਾ ਪਿਆ ਜਿਵੇਂ ਪਹਿਲੇ ਸੀ। ਹੁਣ ਚੱਲ ਰਿਹਾ 1969 'ਚ ਪਾਵਰ ਕਾਂਗਰਸ ਨੇ ਦਿੱਤੀ ਸੀ ਨਾ,
जो ਚਲੋ ਉਹ ਤਾਂ जो गल जो पावर ਲੰਬੀ ਗੱਲ ਹੋ ਜਾਂਦੀ ਹੈ। ਬਿਲਕੁਲ ਠੀਕ ਵਿਨੀਤ ਜੀ, ਬਿਲਕੁਲ। ਇੱਕ ਸਵਾਲ ਮੈਂ ਤੁਹਾਡੇ ਤੋਂ ਵਿਨੀਤ ਜੀ, ਇੱਕ ਸਵਾਲ। ਇੱਕ ਸੈਕਿੰਡ, ਜੋ ਪਾਵਰ 1969 ਚ ਕਾਂਗਰਸ ਨੇ ਬੀਐਸਐਫ ਦਾ ਦਾਇਰਾ 15 ਕਿਲੋਮੀਟਰ ਵਧਾ ਕੇ ਦਿੱਤੀ ਸੀ, ਉਹ ਪਾਵਰ 50 ਕਿਲੋਮੀਟਰ ਚ ਹੈ, ਉਸੇ ਤੋਂ ਚੇਂਜ ਕੋਈ ਹੋਇਆ ਨਹੀਂ, ਤੇ ਫਿਰ ਅੱਜ ਕਾਂਗਰਸ ਪਾਰਟੀ ਕਿਸ ਗੱਲ ਦਾ ਸ਼ੋਰ ਪਾ ਰਹੀ ਹੈ? ਚਲੋ ਆਪਾਂ ਇਸ ਮੁੱਦੇ ਤੇ ਉਹਨੇ, ਪਰ ਇੱਕ ਸਵਾਲ ਜਿਹੜਾ ਮੈਂ ਵਿਨੀਤ ਜੀ ਬਣਦਾ ਹੈ, ਜਦੋਂ ਆਪਾਂ ਵਿਧਾਨ ਸਭਾ ਸੈਸ਼ਨ ਦੀ ਗੱਲ ਕਰਦੇ ਹਾਂ, ਕੀ ਭਾਰਤੀ ਜਨਤਾ ਪਾਰਟੀ ਸੈਸ਼ਨ ਦੇ ਵਿੱਚ ਪਾਰਟਿਸਿਪੇਟ ਕਰੇਗੀ? ਇਹਦਾ ਤਾਂ ਨਿਰਣੇ ਜਿਹੜਾ ਹੈਗਾ ਸੈਸ਼ਨ ਦੀ ਡੇਟ ਅਨਾਉਂਸ ਹੋਣ ਤੋਂ ਬਾਅਦ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਕਰਨਗੇ। ਓਕੇ, ਚਲੋ ਠੀਕ ਹੈ, ਗੱਲ ਆ ਗਈ ਤੁਹਾਡੀ। ਡਾਕਟਰ ਸੰਧੂ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਵਿਧਾਨ ਸਭਾ ਸੈਸ਼ਨ ਦੀ ਗੱਲ ਤਾਂ ਹੋ ਹੀ ਰਹੀ ਹੈ। ਵਿਨੀਤ ਜੀ ਦਾ ਕਹਿਣਾ ਹੈ ਕਿ ਆਪਾਂ ਤਾਂ ਪਹਿਲਾਂ ਹੀ ਖਿਲਾਰਾ ਪਾਤਾ, ਇਹ ਸਾਰਾ ਮਾਮਲਾ ਵਿਧਾਨ ਸਭਾ ਸੈਸ਼ਨ 'ਚ ਵੀ ਆ ਸਕਦਾ ਸੀ, ਉੱਥੇ ਵਿਚਾਰਿਆ ਜਾਂਦਾ। ਬਾਕੀ ਉਹ ਕਹਿੰਦੇ ਕਿ ਬੀਐਸਐਫ ਦੇ ਮੁੱਦੇ ਤੇ ਲੈ ਕੇ ਗੁੰਮਰਾਹ ਕੀਤਾ ਜਾ ਰਿਹਾ ਸਾਰੀਆਂ ਧਿਰਾਂ ਵੱਲੋਂ, ਜਿਹਦੇ 'ਚ ਕਾਂਗਰਸ ਵੀ ਸ਼ਾਮਲ ਹੈ, ਅਕਾਲੀ ਔਰ ਆਪ ਵੀ ਸ਼ਾਮਲ ਨੇ। ਜੀ ਡਾਕਟਰ ਸੰਧੂ। ਭਾਜਪਾ ਵਾਲਿਆਂ ਦਾ ਇੱਕੋ ਇੱਕ ਏਜੰਡਾ ਹੈ ਕਿ ਝੂਠ ਮਾਰੋ ਰੱਜ ਕੇ ਤੇ ਰਾਜ ਕਰੋ, ਲੋਕਾਂ ਦਾ ਬਣਾਓ ਮੂਰਖ ਸਾਰੇ ਮੁਲਕ 'ਚ। ਮੈਨੂੰ ਇਹ ਦੱਸ ਦੇਣ ਵਿਨੀਤ ਜੀ ਵੀ ਅਕਾਲੀਆਂ ਨੇ, ਕਾਂਗਰਸ ਨੇ, ਆਪ ਵਾਲਿਆਂ ਨੇ ਸੈਸ਼ਨ ਤੋਂ ਬਾਅਦ ਰਿਐਕਸ਼ਨ ਦਿੱਤਾ, ਕਿਉਂ ਦਿੱਤਾ? ਕਿਉਂਕਿ ਫਾਰਮਰ ਸੀ, ਕਿਉਂਕਿ ਉਹ ਜੱਟ ਸੀ, ਕਿਉਂਕਿ ਉਹ ਕਾਸ਼ਤਕਾਰ ਸੀ, ਉਹਨਾਂ ਨੂੰ ਦਿਲ ਤੇ ਸੱਟ ਵੱਜੀ, ਉਹਨਾਂ ਨੇ ਰਿਐਕਸ਼ਨ ਦਿੱਤਾ। ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆ, ਉਹਦੇ ਵਿੱਚ ਪਾਰਟਿਸਿਪੇਟ ਕੀਤਾ ਇਹਨਾਂ ਨੇ? ਨਹੀਂ ਕੀਤਾ। ਦੂਜੀ ਗੱਲ, ਇਹ ਐਗਜ਼ੈਕਟਲੀ ਉਹੀ ਲਫ਼ਜ਼ ਆਪਦੇ ਪ੍ਰਧਾਨ ਮੰਤਰੀ ਵਾਲੇ ਵਰਤ ਰਹੇ ਨੇ ਤੇ ਅਮਿਤ ਸ਼ਾਹ ਜੀ ਵਾਲੇ ਕਿ ਐਮਐਸਪੀ ਤਾਂ ਖਤਮ ਕੀਤੀ ਨਹੀਂ, ਐਮਐਸਪੀ ਤਾਂ ਹੈਗੀ ਹੈ। ਇਸੇ ਤਰ੍ਹਾਂ ਬੀਐਸਐਫ ਦਾ 50 ਵਧਾਉਣ ਨਾਲ ਪੰਜਾਬ ਪੁਲਿਸ ਕਿਵੇਂ ਘਟ ਗਈ? ਇਹ ਪੰਜਾਬ ਪੁਲਿਸ ਵੀ ਉੱਥੇ ਹੀ ਹੈ। ਇਹ ਹੱਥਕੰਡੇ ਜਿਹੜੇ ਆ ਨਾ ਇਹਨਾਂ ਦੇ, ਇਹ ਸ਼ਰਾਰਤਾਂ ਜਿਹੜੀਆਂ ਹੈ ਇਸ ਪਾਰਟੀ ਦੀਆਂ, ਇਹ ਐਂਟੀ ਨੈਸ਼ਨਲ ਸ਼ਰਾਰਤਾਂ ਖੁਦ ਕਰਦੇ ਆ ਤੇ ਠਿਕਰਾ ਪਾਉਂਦੇ ਕਿਸੇ ਹੋਰ ਦੇ ਸਿਰ ਤੇ। ਔਰ ਇਹਨਾਂ ਦੇ ਐਕਸ਼ਨ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਰਿਐਕਸ਼ਨ ਕਿਉਂ ਆ ਰਹੇ? ਉਹ ਦੁਸ਼ਮਣ ਨੇ ਸਾਰੇ ਜਿਹੜੇ ਸਾਡੇ ਨਾਲ ਰਲ ਕੇ ਬਹੁਤ ਕੁਝ ਕਰਦੇ ਆ। ਔਰ ਇਹਦੇ ਕਿਸਾਨ ਮੁੱਦੇ ਤੇ ਵੀ, ਇਹਨਾਂ ਮੁੱਦਿਆਂ ਦੇ ਉੱਤੇ ਵੀ, ਬਾਰਡਰ ਦੇ ਉੱਤੇ ਕਿੰਨਾ ਸੈਂਸਿਟਿਵ ਆ। ਚੀਨ ਚੜਿਆ ਤੁਰਿਆ ਆਉਂਦਾ, ਕਿੱਥੋਂ ਤੱਕ ਪਹੁੰਚਿਆ ਪਿਆ ਨਾਰਥ ਈਸਟ ਦੇ ਵਿੱਚ, ਇਹਨਾਂ ਦੇ ਕੋਈ ਅਸਰ ਨਹੀਂ ਹੈ। ਇਹ ਆਪਦੇ ਇੱਕ ਪ੍ਰਧਾਨ ਮੰਤਰੀ ਦੇ ਇੱਕ ਬਿਆਨ ਨੂੰ ਜਾਂ ਅਮਿਤ ਸ਼ਾਹ ਦੇ ਇੱਕ ਬਿਆਨ ਨੂੰ ਬਚਾਉਣ ਤੇ ਲੱਗੇ ਰਹਿੰਦੇ ਆ। ਦੇਖੋ, ਇੱਕ ਮਿੰਟ, ਬਾਰਡਰ ਸਿਕਿਉਰਿਟੀ ਫੋਰਸ is meant for the security of the borders. Borders do not extend up to 50 kilometers inside a state, and law and order and safety of the citizens of the state is a state matter. They have no business to interfere in that without consulting the state. State जी डॉक्टर संधू, एक सवाल डॉक्टर संधू, एक सवाल मैं लेना चाहना है। ओके डॉक्टर संधू, बिल्कुल वो तो व्यू पॉइंट थोड़ा आ ही रहा है, पर एक सवाल जो विरोधी धिरां वालों उठाया जा रहा है कि तुहाडे मुख मंत्री चरणजीत सिंह चन्नी अमित शाह ਨੂੰ ਜਦੋਂ ਮਿਲ ਕੇ ਆਏ ਆ ਤਾਂ ਬਾਰਡਰ ਦਾ ਦਾਇਰਾ ਵਧਾਉਣ ਬਾਰੇ ਕੰਸੈਂਟ ਦੇ ਕੇ ਆਏ ਆ, ਇਹ ਵਿਰੋਧੀ ਤਰ੍ਹਾਂ ਆਖ ਰਹੀ ਹੈ। ਮੈਨੂੰ ਦਿਖਾ ਦੇਣ ਦੀ ਜਿਹੜੀ ਚਿੱਠੀ ਲਿਖ ਕੇ ਦੇ ਕੇ ਆਏ ਇਹ ਚਰਨਜੀਤ ਚੰਨੀ ਵੀ ਆ, ਸਾਡਾ ਵਧਾ ਦਿਓ ਜੀ। ਉਹ ਹੋਮ ਮਿਨਿਸਟਰ ਨੂੰ ਕਟਸੀ ਕਾਲ ਜੇ ਉਹ ਗਏ ਆ, ਇੱਕ ਮੁੱਖ ਮੰਤਰੀ ਨਵਾਂ ਬਣਿਆ ਕਿਸੇ ਸਟੇਟ ਦਾ ਤੇ ਸੈਂਟਰ ਦੇ ਨਾਲ ਸੰਪਰਕ, ਸਟੇਟ ਸੈਂਟਰ ਰਿਲੇਸ਼ਨਸ਼ਿਪ ਦੇ ਵਿੱਚ ਉਹਦੀ ਡਿਊਟੀ ਬਣਦੀ ਹੈ ਦੋ ਮੰਤਰੀਆਂ ਨੂੰ ਮਿਲਣ ਦੀ, ਇੱਕ ਪ੍ਰਧਾਨ ਮੰਤਰੀ ਨੂੰ ਤੇ ਇੱਕ ਹੋਮ ਮਿਨਿਸਟਰ ਨੂੰ, ਕਿਉਂਕਿ ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਲਾਅ ਐਂਡ ਆਰਡਰ ਸਿਚੁਏਸ਼ਨਸ ਦੇ ਉੱਤੇ ਜਾ ਕੇ ਮਿਲਣਾ ਬਣਦਾ। ਬਾਕੀ ਇਹ ਐਵੇਂ ਅਟਕਲਾਂ ਇਹਨਾਂ ਦੀਆਂ ਘਰੇ ਬੈਠੇ ਆਈ ਜਾਂਦੇ ਆ, ਉਹ ਆ ਕਹਿ ਕੇ ਓਕੇ ਸਰ, ਜੀ ਤਾਂ ਮੈਨੂੰ ਕੋਈ ਪ੍ਰੂਫ ਦਿਖਾ ਦੇਣ, ਮੈਂ ਮੰਨ ਲੂੰਗਾ। ਜੀ ਡਾਕਟਰ ਸੰਧੂ, ਤੁਹਾਡੇ ਕਮੈਂਟਸ ਵੀ ਆ ਕੇ ਤੁਸੀਂ ਆਪਣੀ ਗੱਲ ਸਪਸ਼ਟ ਵੀ ਕੀਤੀ। ਕਲੇ ਸਾਹਿਬ, ਜੋ ਭਾਜਪਾ ਵੱਲੋਂ ਕਿਹਾ ਜਾ ਰਿਹਾ ਉਹ ਇਕੱਲਾ ਕਾਂਗਰਸ ਤੇ ਨਹੀਂ, ਉਹ ਕਹਿੰਦੇ ਕਿ ਸਮੁੱਚੀਆਂ ਜਿਹੜੀਆਂ ਦੂਜੀਆਂ ਧਿਰਾਂ ਪੰਜਾਬ ਦੀਆਂ, ਉਹਨਾਂ ਨੇ ਅਕਾਲੀ ਦਲ ਦਾ ਜ਼ਿਕਰ ਵੀ ਕੀਤਾ ਹੈ ਕਿ ਬੀਐਸਐਫ ਦੇ ਮੁੱਦੇ ਤੇ ਵੀ ਤੁਹਾਡੇ ਪਾਰਟੀ ਦੇ ਪ੍ਰਧਾਨ ਨੇ ਵੀ, ਦੂਜੀਆਂ ਧਿਰਾਂ ਨੇ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਕੁਝ ਵੀ ਇਹੋ ਜਿਹੀ ਗੱਲ ਨਹੀਂ, ਜਿਹੜੇ ਖਦਸ਼ੇ ਪ੍ਰਗਟਾਏ ਜਾ ਰਹੇ, ਜਿੱਦਾਂ ਖੇਤੀ ਕਾਨੂੰਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਔਰ ਬੀਐਸਐਫ ਦੇ ਮੁੱਦੇ ਤੇ। ਜੀ ਕਲੇ ਸਾਹਿਬ। ਮੈਂ ਤਾਂ ਫਿਰ ਜੋਸ਼ੀ ਸਾਹਿਬ ਨੂੰ ਇਹ ਗੱਲ ਪੁੱਛਦਾ ਜੀ ਕਿ ਬੀਐਸਐਫ ਦਾ ਅਗਰ ਦਾਇਰਾ ਇੱਕ ਸੂਬੇ ਦੇ ਵਿੱਚ ਵਧਾਇਆ ਜਾ ਰਿਹਾ ਤਾਂ ਕੀ ਇਸ ਤਰੀਕੇ ਦੇ ਨਾਲ ਤੁਸੀਂ 15 ਤੋਂ 50 ਕਿਲੋਮੀਟਰ ਤੇ ਜਾ ਸਕਦੇ ਹੋ, ਜਿੱਥੇ ਤੁਸੀਂ ਬਿਲਕੁਲ ਪਾਵਰ ਦੇਤੀ ਬੀਐਸਐਫ ਨੂੰ ਕਿ ਸਰਚ ਸੀਜ਼ਰ ਜੋ ਮਰਜ਼ੀ ਉਹ ਕਰੇ 50 ਕਿਲੋਮੀਟਰ ਤੱਕ? ਔਰ ਇਹਨੂੰ ਇਹ ਐਕਸਪਲੇਨ ਕਿੱਦਾਂ ਕਰਦੀ ਹੈ ਬੀਜੇਪੀ ਕਿ ਸਾਰੇ ਸੂਬਿਆਂ 'ਚ ਅਸੀਂ ਇੱਦਾਂ ਕੀਤਾ ਹੈ? ਤਾਂ ਕੀ ਜਿਹੜੀ ਪੰਜਾਬ ਦੀ ਜੋਗਰਾਫੀ ਹੈ ਜਾਂ ਜੋਗ੍ਰਾਫਿਕਲ ਲੋਕੇਸ਼ਨ ਹੈ, ਕੀ ਉਹ ਬਾਕੀ ਸੂਬਿਆਂ ਨਾਲ ਮੈਚ ਕਰਦੀ ਹੈ? ਸਾਡਾ ਤਾਂ ਉਹ ਸੂਬਾ ਜਿਹਦਾ ਜ਼ਮੀਨਾਂ ਵੀ ਬਾਰਡਰੋਂ ਪਾਰ ਨੇ, ਲੋਕ ਖੇਤੀ ਲਈ ਜਾਂਦੇ ਨੇ, ਤੇ ਸਾਡਾ ਤਾਂ ਉੱਥੋਂ ਬਾਰਡਰ ਸ਼ੁਰੂ ਹੋ ਜਾਂਦਾ। ਸੋ 50 ਕਿਲੋਮੀਟਰ ਅਗਰ ਪੰਜਾਬ ਵਰਗੇ ਸੂਬੇ ਦੇ ਵਿੱਚ ਕਰਤਾ, ਔਰ ਕੀ ਐਸੀ ਅਰਜੈਂਸੀ ਆਈ, ਕੀ ਐਸੀ ਬੀਜੇਪੀ ਸਰਕਾਰ ਨੇ ਕੋਈ ਐਕਸਪਲੇਨੇਸ਼ਨ ਦਿੱਤੀ ਸੂਬਿਆਂ ਨੂੰ ਕਿ ਕਿਉਂ ਵਧਾਇਆ ਜਾ ਰਿਹਾ?
ਕਿਉਂਕਿ ਜੇ ਸਭ ਤੋਂ ਵੱਡਾ ਰੌਲਾ ਮੈਂ ਮੰਨਦਾ ਸਿੱਧੂ ਸਾਹਿਬ ਉਹ ਹੈਗਾ ਡਰੋਨ ਦਾ, ਤਾਂ ਡਰੋਨ ਦਾ ਰੌਲਾ ਤਾਂ 50 ਕਿਲੋਮੀਟਰ ਨਾਲ ਖਤਮ ਨਹੀਂ ਹੋਣਾ। ਡਰੋਨ ਲਈ ਤਾਂ ਜਾਂ ਤਾਂ ਐਂਟੀ ਡਰੋਨ ਟੈਕਨੋਲੋਜੀ ਇੰਟਰੋਡਿਊਸ ਕੀਤੀ ਜਾਵੇ, ਜਿਹੜੀ ਕਿ ਪੰਜਾਬ BSF ਜਿਹੜੀ ਡਿਪਲੋਇਡ ਹੈ ਉਹਦੇ ਕੋਲ ਨਹੀਂ ਹੈਗੀ। ਕਿਤੇ ਨਾ ਕਿਤੇ ਆਪਣਾ ਅਧਿਕਾਰ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਬੀਜੇਪੀ ਦੀ ਸੂਬਿਆਂ ਦੇ ਵਿੱਚ। ਔਰ ਕਲੇਰ ਜੀ ਇੱਕ ਸੈਕਿੰਡ, ਮੈਂ ਤੁਹਾਨੂੰ ਕਲੇਰ ਜੀ ਇੱਕ ਸੈਕਿੰਡ ਲਈ ਵਿੱਚੋਂ ਰੋਕਣ ਲੱਗਿਆ ਹਾਂ। ਅੱਜ ਕੈਪਟਨ ਅਮਰਿੰਦਰ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਜਿਹੜੇ ਤੁਸੀਂ ਡਰੋਨ ਸਿਸਟਮ ਦੀ ਗੱਲ ਕਰ ਰਹੇ ਹੋ, ਉਹ ਕਹਿੰਦੇ ਵੀ ਇਹ ਤਾਂ ਚੰਡੀਗੜ੍ਹ ਤੱਕ ਵੀ ਆ ਸਕਦੇ, ਇਹਦਾ ਮਤਲਬ ਫਿਰ ਕੱਲ ਨੂੰ ਚੰਡੀਗੜ੍ਹ ਤੱਕ ਵੀ ਦਾਇਰਾ ਵੱਧ ਸਕਦਾ ਹੈ। ਨਹੀਂ, ਮੈਂ ਤਾਂ ਪ੍ਰੀਸਾਈਜ਼ਲੀ ਉਹੀ ਗੱਲ ਕਹਿ ਰਿਹਾ ਜੀ ਕਿ ਟੈਕਨੋਲੋਜੀ ਵਧਾਈ ਜਾਵੇ, ਡਰੋਨ ਨੂੰ ਐਂਟੀ ਡਰੋਨ ਟੈਕਨੋਲੋਜੀ ਇੰਟਰੋਡਿਊਸ ਕੀਤੀ ਜਾਵੇ। ਏਰੀਆ ਵਧਾਉਣ ਨਾਲ ਕੀ ਹੋ ਜੂ, ਏਰੀਆ ਕਿੰਨੀ ਕੁ ਦੇਰ BSF ਜਾਂ ਕੇਂਦਰ ਸਰਕਾਰ ਵਧਾਈ ਜਾਊਗੀ। ਔਰ ਜਿਹੜਾ ਦੂਸਰਾ ਬਹੁਤ ਵੱਡਾ ਸਵਾਲ ਹੈ, ਇਹਨਾਂ ਨੇ BSF ਦਾ 139 ਸੈਕਸ਼ਨ ਦੇ ਵਿੱਚ ਸਬ ਸੈਕਸ਼ਨ 1 ਨੂੰ ਇਹਨਾਂ ਨੇ ਅਮੈਂਡ ਕਰ ਲਿਆ, ਜਦਕਿ ਜਿਹੜਾ 2 ਸੀਗਾ ਉਹਦੇ ਚ ਕਨਕਰੈਂਸ ਲੈਣੀ ਪੰਜਾਬ ਗਵਰਨਮੈਂਟ ਦੀ ਜ਼ਰੂਰੀ ਸੀ। ਹੁਣ ਸਾਨੂੰ ਤਾਂ ਇਹ ਸਵਾਲ ਕਾਂਗਰਸ ਤੋਂ ਵੀ ਹੈ, ਚੰਨੀ ਸਾਹਿਬ ਤੋਂ ਵੀ ਹੈ ਕਿ ਕੀ ਚੰਨੀ ਸਾਹਿਬ ਦੇ ਭੋਲੇਪਨ ਦਾ, ਕੀ ਚੰਨੀ ਸਾਹਿਬ ਦੇ ਇਨਐਕਸਪੀਰੀਅੰਸ ਦਾ, ਜਾਂ ਚੰਨੀ ਸਾਹਿਬ ਦੇ ਅਣਜਾਣਪੁਣੇ ਦਾ, ਜਾਂ ਫਿਰ ਚੰਨੀ ਸਾਹਿਬ ਨੇ ਸੋਚ ਸਮਝ ਕੇ ਆਪਣੀ ਜਿਹੜੀ ਕਨਕਰੈਂਸ ਹੈ ਉਧਰ ਬੰਦ ਕਮਰਾ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਜੀ ਨੂੰ ਦਿੱਤੀ ਹੈ, ਤਾਂ ਉਹ ਜਿਹੜੀ ਮੀਟਿੰਗ ਹੈ ਉਹਦੀਆਂ ਡਿਟੇਲਸ ਵੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੱਸੇ, ਕਿਉਂਕਿ ਸਪੈਸੀਫਿਕ ਇਸੇ ਪਰਪਸ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਤੇ ਕੁਝ ਦਿਨ ਬਾਅਦ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਆ ਜਾਂਦੀ ਹੈ। ਸੋ ਪੰਜਾਬ ਦੇ ਲੋਕ ਕਾਂਗਰਸ ਤੋਂ ਵੀ ਤੇ BJP ਤੋਂ ਵੀ ਇਹ ਗੱਲਾਂ ਦਾ ਜਵਾਬ ਮੰਗਦੇ ਕਿ ਕੀ ਪੰਜਾਬ ਨੂੰ ਇੱਕ ਤਰ੍ਹਾਂ ਦੇ ਨਾਲ ਰਾਸ਼ਟਰਪਤੀ ਸ਼ਾਸਨ ਲਗਾਉਣ ਦੇ ਵੱਲ ਨੂੰ ਲੈ ਕੇ ਜਾਇਆ ਜਾ ਰਿਹਾ ਹੈ, ਪੰਜਾਬ ਦੇ ਉੱਤੇ ਇੱਕ ਕੰਟਰੋਲ ਜਮਾਇਆ ਜਾ ਰਿਹਾ ਹੈ, ਔਰ ਪੰਜਾਬ ਸਰਕਾਰ ਉਹਦੇ ਲਈ ਬਹੁਤ ਜ਼ਿਆਦਾ ਹੋਸਟਾਈਲ ਹੈ। ਕਿਉਂਕਿ ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਜੀ ਵਿਰੋਧੀ ਧਿਰਾਂ ਲੋਕਾਂ ਦੇ ਵਿੱਚ ਭਰਮ ਨਾ ਫੈਲਾਉਣ, ਕੁਝ ਨਹੀਂ ਹੋਇਆ। ਸੋ ਅਗਰ ਕਾਂਗਰਸ ਦੇ ਚੰਨੀ ਸਾਹਿਬ ਇਹ ਮੰਨਦੇ ਨੇ ਔਰ ਉਹਨਾਂ ਦਾ ਬਿਆਨ ਔਨ ਰਿਕਾਰਡ ਹੈ, ਤਾਂ ਫਿਰ ਅਸੀਂ ਕਿੱਥੇ ਖੜੇ? ਡਾਕਟਰ ਸੰਧੂ ਆ ਰਹੇ ਜੀ। ਜੀ ਬਿਲਕੁਲ ਕਲੇਰ ਜੀ, ਤੁਹਾਡੀ ਗੱਲ ਆ ਗਈ। ਡਾਕਟਰ ਸੰਧੂ ਤੁਸੀਂ ਆਪਣੀ ਗੱਲ ਤਾਂ ਕਹਿਣੀ ਚਾਹੁੰਦੇ ਆ, ਪਰ ਜੋ ਤੁਸੀਂ ਸੁਣਿਆ ਕਮੈਂਟ ਕਲੇਰ ਜੀ ਦੇ, ਉਹਨਾਂ ਨੇ ਵੀ ਕਿਹਾ, ਚਰਨਜੀਤ ਚੰਨੀ ਬਾਰੇ ਵੀ ਪੁੱਛਿਆ, ਔਰ ਸਪੈਸੀਫਿਕ ਕੁਐਸਚਨ ਜਿਹੜਾ ਹੈਗਾ, ਜਿਹੜਾ ਸਵਾਲ ਉੱਭਰ ਕੇ ਸਾਹਮਣੇ ਇਹ ਵੀ ਹੈ ਕਿ ਕੀ 50 ਕਿਲੋਮੀਟਰ ਦਾ ਦਾਇਰਾ ਵਧਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਭਰੋਸੇ 'ਚ ਲਿਆ ਗਿਆ, ਕਿਤੇ ਕੋਈ ਮੀਟਿੰਗ ਹੋਈ ਜਾਂ ਇੱਕ ਪਾਸੜੀ ਐਲਾਨ ਹੋ ਗਿਆ? ਡਾਕਟਰ ਸੰਧੂ। ਤਿੰਨ ਕਾਲੇ ਕਾਨੂੰਨ ਲਿਆਂਦੇ ਜਾਂਦੇ ਆ, ਅਰਜੈਂਸੀ ਉਦੋਂ ਵੀ ਕੋਈ ਨਹੀਂ ਸੀ। ਅੱਜ ਇਲੈਕਸ਼ਨਾਂ ਤੋਂ 4-5 ਮਹੀਨੇ ਪਹਿਲਾਂ ਦਾਇਰਾ BSF ਦਾ ਵਧਾ ਕੇ ਉਹਦੇ ਤੇ ਕਾਬੂ ਕਰਨ ਦੀ, ਕੰਟਰੋਲ ਕਰਨ ਦੀ ਕੋਸ਼ਿਸ਼ BJP ਵੱਲੋਂ ਕੀਤੀ ਜਾ ਰਹੀ ਹੈ ਪੰਜਾਬ 'ਚ। ਕਿਉਂ? ਕਿਉਂਕਿ ਪੰਜਾਬ ਦੇ ਵਿੱਚ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ, ਕਿਉਂਕਿ ਇਹਨਾਂ ਦੇ ਜਿਹੜੇ ਪੈਰੋਕਾਰ ਸੀ ਨਾ, ਹਰਜੀਤ ਗਰੇਵਾਲ ਵਰਗੇ, ਜਿਹਨੂੰ ਐਡਾ ਵੱਡਾ ਇਹਨਾਂ ਨੇ ਸਨਮਾਨ ਦਿੱਤਾ, BJP ਨੇ ਇਨਾਮ ਦਿੱਤਾ, ਤੂੰ ਪੰਜਾਬ ਜਿਹੜਾ ਦਿੱਤਾ ਹੈਗਾ ਇਨਾਮ, ਇਹ ਏਜੰਡਾ ਹੀ ਇਹ ਇਹਨਾਂ ਦਾ। ਡਾਕਟਰ ਸਾਹਿਬ ਤਾਂ ਠੀਕ ਹੈ, ਜੋ ਕਲੀਅਰ ਉਹਨਾਂ ਨੇ ਸਵਾਲ ਕੀਤਾ ਹੈ, ਕਲੀਅਰ ਉਹਨਾਂ ਨੇ ਸਵਾਲ ਕੀਤਾ ਹੈ ਕਿ ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹੈ ਕਿ ਜਿਹੜਾ ਕੀ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਜਾਂ ਅਮਿਤ ਜੀ ਨਾਲ ਜਿਹੜੇ ਮੁਲਾਕਾਤ ਕਰਕੇ ਆਏ ਚਰਨਜੀਤ ਚੰਨੀ, ਕਿਤੇ ਅੰਦਰ ਖਾਤੇ ਸਹਿਮਤੀ ਤਾਂ ਨਹੀਂ ਦੇ ਕੇ ਆ ਰਹੇ? ਇਹ ਕਲੀਅਰ ਜੀ ਨੇ ਵੀ ਸਵਾਲ ਉਠਾਏ ਹੈ ਕਾਂਗਰਸ ਦੇ ਉੱਤੇ ਤੇ BJP ਤੇ। ਮੈਨੂੰ ਕਲੀਅਰ ਸਾਹਿਬ ਇਹ ਦੱਸ ਦੇਣ ਵੀ ਹਰਸਿਮਰਤ ਕੌਰ ਬਾਦਲ ਬੀਬਾ ਜੀ ਜਦੋਂ ਮਿਨਿਸਟਰ ਸੀਗੇ ਉਦੋਂ ਜਿਹੜੀਆਂ ਗੱਲਾਂ ਉੱਥੇ ਹੁੰਦੀਆਂ ਸੀਗੀਆਂ, ਕਿਸੇ ਨਾਲ ਵੀ ਸਾਰੀਆਂ ਆ ਕੇ ਦੱਸਦੇ ਸੀ ਪਬਲਿਕ ਨੂੰ। ਪੰਜਾਬ ਦੇ ਪਬਲਿਕ ਦਾ ਉਦੋਂ ਵੀ ਹੱਕ ਸੀਗਾ, ਤੇ ਜਿਹੜਾ ਅੰਦਰ ਖਾਤੇ ਇਹਨਾਂ ਦਾ ਸਮਝੌਤਾ ਹੁੰਦਾ ਰਿਹਾ, ਅਖੀਰ ਟੁੱਟ ਗਿਆ, ਡਾਈਵੋਰਸ ਹੋ ਗਿਆ, ਉਹਦੀਆਂ ਗੱਲਾਂ ਪਬਲਿਕ ਦੇ ਵਿੱਚ ਗੱਲਾਂ ਉਹ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਪਬਲਿਕ 'ਚ ਕਰਨ ਵਾਲੀਆਂ ਹੁੰਦੀਆਂ। CM ਉੱਥੇ ਕੀ ਗੱਲ ਕਰਕੇ ਆਇਆ, ਕੋਈ ਪ੍ਰੋਟੋਕਾਲ ਜਾਂ ਬਾਈਂਡਿੰਗ ਨਹੀਂ ਹੈ ਕਿ ਉਹ ਆ ਕੇ ਪਬਲਿਕ ਨੂੰ ਦੱਸੇ ਵੀ ਮੈਂ ਉੱਥੇ ਕੀ ਗੱਲ ਕਰਕੇ ਆਇਆ। ਅੱਜ ਜੇ ਸੈਸ਼ਨ ਕਾਲ ਕੀਤਾ, ਵਿਧਾਨ ਸਭਾ ਦਾ ਸੈਸ਼ਨ ਜੇ ਕਾਲ ਕੀਤਾ ਤਾਂ ਚੰਨੀ ਨੇ ਕੀਤਾ, ਤੇ ਮੁੱਦਾ ਕੀ ਹੈ ਕਿ 50 ਕਿਲੋਮੀਟਰ ਕਿਵੇਂ ਵਧਾਇਆ ਗਿਆ, ਉਹਦੇ ਤੇ ਮਤਾ ਪਾਸ ਕਰਨ ਵਾਸਤੇ ਕੀਤਾ ਗਿਆ। ਤੇ ਇਹਨਾਂ ਦੇ ਇਹ ਸਿਰਫ ਪੋਲੀਟੀਕਲ ਇੱਕ ਇਹਨਾਂ ਦਾ ਆਪਣਾ ਅਟੈਕ ਹੁੰਦਾ ਹੈ ਹਰ ਵਾਰੀ ਅਕਾਲੀ ਦਲ ਦਾ ਕਿ ਕਿਵੇਂ ਨਾ ਕਿਵੇਂ ਕਾਂਗਰਸ ਦੇ ਖਿਲਾਫ ਬੋਲੋ। ਚਲੋ ਤੁਹਾਡੀ ਗੱਲ ਆ ਗਈ ਡਾਕਟਰ ਸੰਧੂ, ਤੁਹਾਡੀ ਗੱਲ ਆ ਗਈ ਜੀ। ਕਲੇਰ ਜੀ ਪਲੀਜ਼, ਜਿਹੜਾ ਹੈਗਾ ਮੈਂ ਤੁਹਾਡੇ ਸਵਾਲ ਵੱਲ ਵੀ ਆ ਰਿਹਾ, ਪਰ ਵਿਨੀਤ ਜੋਸ਼ੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਿਹਾ, ਪਹਿਲਾਂ ਵੀ ਡਾਕਟਰ ਸੰਧੂ ਦੇ ਤੁਹਾਡੇ ਸਵਾਲ ਜਵਾਬ ਹੁੰਦੇ ਰਹੇ ਹੈ। ਵਿਨੀਤ ਜੀ, ਭਾਜਪਾ ਦੇ ਉੱਤੇ ਜਿਹੜਾ ਸਵਾਲ ਉੱਠ ਰਿਹਾ ਉਹ ਇਹੀ ਕਹਿ ਰਿਹਾ ਕਿ ਭਾਜਪਾ ਨੇ ਜਿਸ ਤਰੀਕੇ ਦੇ ਨਾਲ ਦਾਇਰਾ ਵਧਾਇਆ, ਪੁੱਛਿਆ ਤੱਕ ਨਹੀਂ ਪੰਜਾਬ ਸਰਕਾਰ ਤੋਂ, ਔਰ ਇਹਦੇ ਪਿੱਛੇ ਮਨਸ਼ਾ ਠੀਕ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਅਕਾਲੀ ਦਲ ਵੱਲੋਂ ਕਿ ਕੀ ਇਹ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਪੰਜਾਬ 'ਚ ਜਿਸ ਤਰੀਕੇ ਨਾਲ ਦਾਇਰਾ ਵਧਾਇਆ ਗਿਆ? ਵਿਨੀਤ ਜੀ। ਜਗਤਾਰ ਜੀ, ਗੱਲ ਇਹ ਹੈ ਕਿ ਵੀ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਔਰ ਸਾਰੇ ਆਪਣੀ ਗੱਲ ਕਹਿਣ, ਲੇਕਿਨ ਮੇਰੀ ਬੇਨਤੀ ਹੈ ਕਿ ਜਿਹੜੀ ਗੱਲ ਕਹਿਣ ਉਹ ਤੱਥਾਂ ਤੇ ਆਧਾਰ ਹੋਏ, ਫੈਕਟਸ ਦੇ ਉੱਪਰ ਆਧਾਰ ਹੋਏ। ਮੈਂ ਇੱਕ ਗੱਲ ਕਹੀ ਸੀਗੀ ਕਿ ਜਦ ਤੋਂ ਇਹ ਕਾਨੂੰਨ ਬਣਿਆ BSF ਦਾ ਦਾਇਰਾ ਵਧਿਆ 1969 ਜਾਂ 1968 'ਚ ਹੋਇਆ,
ਤਦ 15 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਬਾਰਡਰ ਦਾ BSF ਉੱਥੇ ਜਾ ਕੇ ਕੁਝ ਸਪੈਸ਼ਲ ਪਾਵਰਸ ਐਕਸਰਸਾਈਜ਼ ਕਰ ਸਕਦੀ ਸੀਗੀ। ਠੀਕ ਹੈ, ਸਪੈਸ਼ਲ ਪਾਵਰ ਨਾ ਤਾਂ ਅਰੈਸਟ ਕਰਨ ਦੀ ਸੀਗੀ ਤੇ ਨਾ ਹੀ ਕਿਸੇ ਨੂੰ ਮਤਲਬ ਉਹਦੀ ਸੀਗੀ ਪਰਚਾ ਦਰਜ ਕਰਨ ਦੀ। ਸਪੈਸ਼ਲ ਕੁਝ ਪਾਵਰ ਸੀਗੀਆਂ, ਜਾ ਕੇ ਚੈੱਕ ਕਰਨਾ, ਡਿਟੇਨ ਕਰਨਾ, ਲੋਕਲ ਪੁਲਿਸ ਨੂੰ ਹੈਂਡਓਵਰ ਕਰਨਾ। ਤੇ ਜੇ ਹੁਣ ਤੱਕ 1968-69 ਤੋਂ ਹੁਣ ਤੱਕ ਜਿਹੜਾ ਹੈ 15 ਕਿਲੋਮੀਟਰ ਦੇ ਅੰਦਰ ਕੋਈ ਸ਼ਿਕਾਇਤ ਨਹੀਂ ਆਈ, ਤੇ ਹੁਣ 50 ਕਿਲੋਮੀਟਰ ਦੀ ਸ਼ਿਕਾਇਤ ਕਿੱਥੋਂ ਆ ਜਾਏਗੀ? ਦੂਸਰਾ, ਇਸੀ ਕਾਂਗਰਸ ਪਾਰਟੀ ਨੇ ਆਰਡਰ ਜਾਰੀ ਕੀਤਾ ਸੀ 15 ਕਿਲੋਮੀਟਰ ਦਾ, ਇਸੀ ਕਾਂਗਰਸ ਪਾਰਟੀ ਨੇ ਆਰਡਰ ਜਾਰੀ ਕੀਤਾ 15 ਕਿਲੋਮੀਟਰ ਦਾ, ਔਰ ਅੱਜ ਆਪਣੇ ਹੀ 15 ਕਿਲੋਮੀਟਰ ਦਾ ਜਿਹੜਾ ਉਹਦਾ ਆਰਡਰ ਹੈ ਜੇ ਉਹਨੂੰ 50 ਤੱਕ ਐਕਸਟੈਂਡ ਕਰਦਾ ਤੇ ਹਿਊ ਐਂਡ ਕਰਾਈ ਕਿਉਂ? ਜੇ 50 ਤੇ ਹਿਊ ਵਿਨੀਤ ਜੀ ਉਹ ਇਹ ਕਹਿ ਰਿਹਾ ਹੈ, ਵਿਨੀਤ ਜੀ ਉਹ ਕਹਿ ਰਿਹਾ ਸਰ, ਉਹ ਇਹ ਕਹਿ ਰਿਹਾ ਹੈ ਕਿ 50 ਕਿਲੋਮੀਟਰ ਦਾ ਦਾਇਰਾ ਵਧਾਉਣ ਦੇ ਨਾਲ ਸਾਨੂੰ ਟੈਕਨੋਲੋਜੀ ਨਵੇਂ ਸਿਸਟਮ ਨਾਲ ਲੜਨ ਦੀ ਲੋੜ ਹੈ। ਦਾਇਰਾ ਵਧਾਉਣ ਦਾ ਮਸਲਾ ਹੱਲ ਨਹੀਂ। ਕਲੀਅਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ, ਕਾਂਗਰਸ ਨਹੀਂ, ਅਕਾਲੀ ਦਲ ਵੀ ਕਹਿ ਰਿਹਾ, ਆਪ ਵਾਲੇ ਵੀ ਕਹਿ ਰਿਹਾ ਕਿ 50 ਕਿਲੋਮੀਟਰ ਦਾ ਦਾਇਰਾ ਵਧਾਇਆ ਜਾਣਾ ਇਹ ਸਮੱਸਿਆ ਦਾ ਕੋਈ ਹੱਲ ਨਹੀਂ, ਇਹ ਕਹਿ ਰਹੇ। ਜਗਤਾਰ ਜੀ, ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਹੈਗਾ ਇੱਕ ਨਿਊਟਰਲ ਭੂਮਿਕਾ 'ਚ ਹੋ, ਤੁਸੀਂ ਵੀ ਮੇਰੀ ਗੱਲ ਨੂੰ ਨਹੀਂ ਫੜ ਰਹੇ। ਬਈ 15 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜੇ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੀ ਕਿਸੇ ਪਾਵਰ ਨੂੰ ਢਾਹਾ ਨਹੀਂ ਲੱਗਿਆ ਸੀ ਤਾਂ ਫਿਰ 50 ਕਿਲੋਮੀਟਰ 'ਚ ਕਿਵੇਂ ਲੱਗਣਾ ਹੈ? ਇਸ ਗੱਲ ਦਾ ਤੁਸੀਂ ਜਗਤਾਰ ਜੀ ਜਵਾਬ ਦੇ ਦਿਓ ਨਾ ਮੈਨੂੰ, ਕਿਵੇਂ ਢਾਹਾ ਲੱਗਣਾ? ਇਹਦਾ ਮਤਲਬ ਦੂਜੀ ਗੱਲ 15 ਕਿਲੋਮੀਟਰ ਦਾਇਰਾ ਕਾਂਗਰਸ ਪਾਰਟੀ ਨੇ ਕੀਤਾ ਸੀਗਾ, ਕੇਂਦਰ 'ਚ ਇਹਨਾਂ ਦੀ ਸਰਕਾਰ ਸੀਗੀ, ਤੇ ਜਦ ਉਹਨਾਂ ਦੇ ਆਰਡਰ ਨੂੰ ਅਸੀਂ ਐਕਸਟੈਂਡ ਕਰਕੇ 50 ਕਿਲੋਮੀਟਰ ਕੀਤਾ ਹੈ, ਪਾਵਰ ਤਾਂ ਕੋਈ ਚੇਂਜ ਨਹੀਂ ਹੋਈ। ਠੀਕ ਹੈ, ਤੇ ਪੰਜਾਬ ਸਰਕਾਰ, ਪੰਜਾਬ ਪੁਲਿਸ ਦੀ ਕਿਸੇ ਪਾਵਰ ਨੂੰ ਢਾਹਾ ਨਹੀਂ ਲੱਗਿਆ, ਇਹਦੇ ਅੰਦਰ ਕੋਈ ਉਹਨਾਂ ਦੇ ਉੱਪਰ ਡਾਕਾ ਨਹੀਂ ਪਿਆ। ਸਿਰਫ ਔਰ ਸਿਰਫ ਜਿਹੜਾ ਹੈਗਾ ਜਵਾਬ ਲੈ ਲਓ ਜੀ ਪਲੀਜ਼। ਆਪਾਂ ਜਵਾਬ ਲੈਣੇ ਸੰਧੂ ਸਾਹਿਬ ਡਿਟੇਨ ਕਰਦੇ ਸੀ ਜੀ ਪਲੀਜ਼ 50 ਕਿਲੋਮੀਟਰ 'ਚ ਕਰਕੇ। ਇਹ ਸਿਰਫ ਕਿਉਂਕਿ 2022 'ਚ ਚੁਣਾਵ ਹੈ, ਚੁਣਾਵ ਦੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਨੂੰ ਨਾ ਰੋਕਿਆ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਿਹੜਾ ਹੈਗਾ ਲੋਕ ਸੇਵਾ ਦਾ ਇੱਕ ਨਵਾਂ ਇਤਿਹਾਸ ਰਚ ਕੇ ਸਰਕਾਰ ਬਣਾ ਲੇਗੀ, ਤੇ ਇਸ ਕਰਕੇ ਰੋਕਣ ਵਾਸਤੇ ਕੋਈ ਨਾ ਕੋਈ ਹੱਲਾ ਹੋ ਹੱਲਾ ਸਾਡੇ। ਚਲੋ ਵਿਨੀਤ ਜੀ, ਹੁਣ ਤਾਂ ਤੁਹਾਡੀ ਗੱਲ ਮੁਕੰਮਲ ਆ ਗਈ, ਮੁਕੰਮਲ ਗੱਲ ਆ ਗਈ ਹੁਣ ਤੁਹਾਡਾ। ਜੀ ਵਿਨੀਤ ਜੀ, ਹੁਣ ਤੁਹਾਡਾ ਸ਼ਿਕਵਾ ਨਹੀਂ ਆ, ਤੁਹਾਡੀ ਗੱਲ ਮੁਕੰਮਲ ਆ ਗਈ ਹੈ ਜੀ, ਹੁਣ ਤੁਹਾਡੀ ਗੱਲ ਪੂਰੀ ਆ ਗਈ ਵਿਨੀਤ ਜੀ। ਕੋਈ ਜੀ ਥੈਂਕ ਯੂ। ਜਿਹੜਾ ਹੈਗਾ ਡਾਕਟਰ ਸੰਧੂ, ਤੁਸੀਂ ਆਪਣਾ ਸੰਖੇਪ ਵਿੱਚ ਕਮੈਂਟ ਜ਼ਰੂਰ ਕਰਿਓ, ਫਿਰ ਕਲੀਅਰ ਜੀ ਵੀ ਇੰਤਜ਼ਾਰ ਕਰ ਰਿਹਾ। ਡਾਕਟਰ ਸੰਧੂ ਪਲੀਜ਼। ਮੈਂ ਤਾਂ ਇਹ ਜੀ 1969 ਕਰੀ ਜਾਂਦੇ ਆ। ਵਿਨੀਤ ਜੀ ਨੂੰ ਬੜਾ ਸ਼ੌਕ ਹੈ ਹਿਸਟਰੀ 'ਚ ਜਾਣ ਦਾ, ਇਹ ਕਦੇ ਵੀ ਕਰੰਟ ਗੱਲ ਨਹੀਂ ਕਰਦੇ। ਪਿਛੋਕੜ ਇਹ ਚੰਦਰਗੁਪਤ ਮੌਰੀਆ ਤਾਂ ਹੀ ਜਾ ਵੜਦੇ ਵੀ ਉਹਨੇ ਆਹ ਕਰਿਆ ਸੀ। ਗੱਲ ਸਿਰਫ ਇੰਨੀ ਹੈ ਕਿ ਬਾਰਡਰ ਦੇ ਉੱਤੇ 15 ਕਿਲੋਮੀਟਰ ਬਾਰਡਰ ਸਿਕਿਉਰਿਟੀ ਫੋਰਸ ਲਾਉਣ ਦਾ ਇੱਕ ਮੰਤਵ ਜਿਹੜਾ ਸੀਗਾ ਉਹ ਹੁਣ ਤੱਕ ਆਪ ਹੀ ਕਹੀ ਜਾਂਦੇ ਆ ਇਹ ਕਿ 15 ਕਿਲੋਮੀਟਰ 'ਚ ਹੁਣ ਤੱਕ ਕੋਈ ਕੁਝ ਨਹੀਂ ਹੋਇਆ, ਸਭ ਠੀਕ ਠਾਕ ਹੈ। ਜੇ ਠੀਕ ਠਾਕ ਹੈ ਫਿਰ 50 ਕਿਲੋਮੀਟਰ ਦੀ ਕੀ ਲੋੜ ਹੈ? ਗੱਲ ਸਿਰਫ ਇੰਨੀ ਹੈ ਕਿ ਇਹਨਾਂ ਦਾ ਹੁਣ ਸੁਪਨਾ ਸਾਫ਼ ਹੋਇਆ ਪਿਆ ਪੰਜਾਬ 'ਚ। ਇਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਅਗਲੇ 5-10 ਸਾਲ ਵੀ ਪੰਜਾਬ 'ਚ ਇਹਨਾਂ ਦੀ ਸੀਟ ਵੀ ਕੋਈ ਆ ਸਕਦੀ ਹੈ ਬਾਏ ਪ੍ਰੋਕਸੀ। ਜਿਵੇਂ ਜੰਮੂ ਕਸ਼ਮੀਰ 'ਚ ਕੀਤਾ ਉਵੇਂ ਯੂਟੀਆਂ ਬਣਾਉਣ ਨੂੰ ਫਿਰਦੇ ਆ, ਔਰ ਇਹ ਬਣ ਨਹੀਂ ਦਿੰਦੇ ਪੰਜਾਬੀਆਂ। ਸਰ ਉਹ ਇਹ ਕਹਿੰਦੇ ਆ ਕਿ ਕਾਂਗਰਸ ਦੇ ਦੂਜੀਆਂ, ਡਾਕਟਰ ਸੰਧੂ ਇੱਕ ਛੋਟਾ ਜਿਹਾ ਸਵਾਲ, ਵਿਨੀਤ ਜੀ ਕਹਿੰਦੇ ਆ ਕਿ ਜਿਹੜੀਆਂ ਦੂਜੀਆਂ ਧਿਰਾਂ ਜਿਹਦੇ 'ਚ ਕਾਂਗਰਸ ਤੇ ਅਕਾਲੀ ਦਲ ਹੈ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਮਾਮਲਾ ਉਠਾਇਆ ਗਿਆ। ਮਾਮਲਾ ਨਹੀਂ ਹੈ ਵੋਟਾਂ ਬਟੋਰਨ ਲਈ ਕਰ ਰਹੀਆਂ ਵਿਰੋਧੀ ਧਿਰਾਂ, ਇਹ ਕਹਿ ਰਿਹਾ ਵਿਨੀਤ ਜੀ। ਜੀ ਡਾਕਟਰ ਸੰਧੂ ਸੰਖੇਪ ਨਹੀਂ 50 ਕਿਲੋਮੀਟਰ ਅਸੀਂ ਕੀਤਾ ਕਿ ਇਹਨਾਂ ਨੇ ਕੀਤਾ, ਇਹਦੇ ਸਾਡਾ ਕੀ ਫਾਇਦਾ ਵੋਟਾਂ ਦੇ ਵਿੱਚ? ਕੋਈ ਥੋੜਾ ਜਿਹਾ ਜਿਹੜੀ ਗੱਲ ਇਹ ਕਹਿੰਦੇ ਤੱਥਾਂ ਦੇ ਆਧਾਰ ਤੇ ਗੱਲ ਕਰੋ, ਮੈਨੂੰ ਤਾਂ ਇਹਦੇ 'ਚ ਕੋਈ ਤੱਥ ਇਹਦਾ ਦੇ ਉਲਟ ਗੱਲ ਜਾਂਦੀ ਹੈ ਜਿਹੜੀ ਇਹ ਕਹਿ ਰਹੇ ਆ ਕਿ ਕਾਂਗਰਸ ਪਾਰਟੀ ਦਾ BSF ਦਾ ਕਿਉਂ ਵਧਾਊਗੀ? ਥੈਂਕ ਯੂ। ਚਲੋ ਬਿਲਕੁਲ, ਚਲੋ ਠੀਕ ਹੈ ਜੀ ਸਰ, ਤੁਹਾਡੀ ਗੱਲ ਆ ਗਈ। ਮੈਂ ਕਲੇਰ ਜੋਸ਼ੀ ਸਾਹਿਬ ਆ ਰਹੇ, ਕਲੇਰ ਜੀ ਕਾਫੀ ਦੇਰ ਦੇ ਰੁਕੇ ਹੋਏ ਆ। ਕਲੇਰ ਸਾਹਿਬ, ਇਸ ਮੁੱਦੇ ਤੇ ਜੋਸ਼ੀ ਜੀ ਕਹਿ ਰਹੇ ਕਿ ਖਾਮਖਾ ਵਾਵੇਲਾ ਖੜਾ ਕੀਤਾ ਜਾ ਰਿਹਾ ਹੈ। ਜੇ ਪਹਿਲਾਂ 15 ਕਿਲੋਮੀਟਰ 'ਚ ਕੁਝ ਨਹੀਂ ਹੋਇਆ ਤਾਂ 50 ਕਿਲੋਮੀਟਰ 'ਚ ਵੀ ਕੁਝ ਨਹੀਂ ਹੋਣ ਲੱਗਿਆ। ਚੋਣਾਂ ਦੇ ਮੱਦੇਨਜ਼ਰ ਸਾਰੀਆਂ ਧਿਰਾਂ ਪੰਜਾਬ ਦੀਆਂ ਰੌਲਾ ਰੱਪਾ ਕਰ ਰਹੀਆਂ ਜੀ। ਕਲੇਰ ਸਾਹਿਬ ਨਹੀਂ, ਮੈਂ ਤਾਂ ਸਿੱਧੂ ਸਾਹਿਬ ਦੇਖੋ, ਮੈਂ ਜੋਸ਼ੀ ਦੀ ਇੱਕ ਗੱਲ ਨਾਲ ਤਾਂ ਸਹਿਮਤ ਹਾਂ ਕਿ ਜਿਹੜੀਆਂ ਪਾਵਰਾਂ ਵਧਾਈਆਂ ਇਹ ਕਾਂਗਰਸ ਨੇ ਵਧਾਈਆਂ, ਚ ਕੋਈ ਦੋ ਰਾਏ ਨਹੀਂ। ਔਨ ਰਿਕਾਰਡ ਚੀਜ਼ਾਂ ਨੇ 69 ਦੇ ਵਿੱਚ ਵਧਾਈਆਂ, 2011 ਦੇ ਵਿੱਚ ਜਦੋਂ ਸਰਚ ਸੀਜ਼ਰ ਐਡ ਕੀਤਾ ਗਿਆ ਤਾਂ ਮਨਮੋਹਨ ਸਿੰਘ ਸਾਹਿਬ ਦੀ ਸਰਕਾਰ ਨੇ ਕੀਤਾ ਗਿਆ, ਸਾਰੇ ਸੂਬਿਆਂ ਨੇ। ਔਰ ਮੈਨੂੰ ਹੈਰਾਨੀ ਹੈ ਕਿ ਉਸ ਸਮੇਂ ਪ੍ਰਧਾਨ ਮੰਤਰੀ ਜਿਹੜੇ ਅੱਜ ਦੇ ਮੋਦੀ ਸਾਹਿਬ, ਇਹ ਗੁਜਰਾਤ ਦੇ ਮੁੱਖ ਮੰਤਰੀ ਸੀ, ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਮਨਮੋਹਨ ਸਿੰਘ ਜੀ ਨੂੰ ਕਿ ਸਿੱਧਾ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਹੈ। ਤੇ ਅੱਜ ਉਸੇ ਮੋਦੀ ਸਾਹਿਬ ਦੇ ਸਮੇਂ ਦੇ ਵਿੱਚ ਅਗਰ 50 ਕਿਲੋਮੀਟਰ ਤੇ ਲਿਜਾਇਆ ਜਾਂਦਾ ਹੈ ਤਾਂ ਕੀ ਕਾਂਗਰਸ ਦੀਆਂ ਜਿਹੜੀਆਂ ਗਲਤੀਆਂ ਨੇ ਹੁਣ ਬੀਜੇਪੀ ਉਹਨੂੰ ਦੁਹਰਾਊਗੀ? ਔਰ ਕਾਂਗਰਸ ਦੇ ਸਵਾਲ ਅੱਜ ਸੰਧੂ ਸਾਹਿਬ ਜੋ ਮਰਜ਼ੀ ਉਰੇ ਕਹੀ ਜਾਣ, ਫੈਡਰਲਿਜ਼ਮ ਨੂੰ ਜਦੋਂ ਢਾਹ ਮਾਰੀ ਗਈ
ਤਾਂ ਕਾਂਗਰਸ ਨੇ ਤਾਂ ਬਹੁਤ ਵੱਡੀ ਮਾਰੀ। ਇਹ 'ਚ ਕੀ ਦੋ ਰਾਏ ਹੈ? ਕੀ ਐਮਰਜੈਂਸੀ ਨਹੀਂ ਲਾਈ ਗਈ? ਕੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਨਹੀਂ ਲਾਇਆ ਗਿਆ ਵਾਰ-ਵਾਰ? ਚਲੋ ਆਪਾਂ ਆਹੀ ਮੁੱਦਾ ਬਹੁਤ ਆਪਣਾ ਕੋਲ ਡੈਫੀਨੇਸ਼ਨ ਕਾਂਗਰਸ ਨੇ ਦਿੱਤੀ ਹੈ, ਪਰ ਅੱਜ ਬੀਜੇਪੀ ਨਹੀਂ ਕਹਿ ਸਕਦੀ ਕਿ ਅਸੀਂ ਕਾਂਗਰਸ ਨੇ ਕੀਤਾ ਤਾਂ ਅਸੀਂ ਕੀਤਾ। ਮੇਰਾ ਸਵਾਲ ਬੁਨਿਆਦੀ ਹਲੇ ਵੀ ਉੱਥੇ ਖੜਾ ਹੈ। ਥੈਂਕ ਯੂ ਸਾਹਿਬ, ਥੈਂਕ ਯੂ। ਗੱਲ ਕਰਦੇ ਨੇ ਜੀ ਡਾਕਟਰ ਸੰਧੂ ਪਲੀਜ਼। ਕਾਨੂੰਨਾਂ ਦੇ ਵਿੱਚ ਇਹਨਾਂ ਨੇ ਕਦੇ ਕਿਉਂ ਨਹੀਂ ਦੱਸਦੇ ਵੀ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਇਹ ਹੁਣ ਇਹਨੇ ਚੁੱਪ ਕਰਾ ਦਿੱਤੀ। ਓਕੇ ਮੀਟਿੰਗਾਂ ਅਟੈਂਡ ਕਰਦੇ ਰਹੇ, ਨਹੀਂ ਦੱਸਦੇ ਲੋਕਾਂ ਨੂੰ ਇਹ। ਜੀ ਕਲੇਰ ਸਾਹਿਬ, ਕਿਤੇ ਅੱਜ ਦਾ ਜਿਹੜਾ ਮੁੱਦਾ ਬੀਐਸਐਫ ਦਾ, ਮੈਂ ਦੁਬਾਰਾ ਉਸੇ ਗੱਲ ਤੇ ਖੜਾ ਕਿ ਬੀਐਸਐਫ ਦੀ ਮਾਡਰਨਾਈਜੇਸ਼ਨ ਹੋਣੀ ਚਾਹੀਦੀ ਹੈ। ਦੇਖੋ ਇਹ ਗਲਤ ਗੱਲ ਆ ਜਗਤਾਰ ਦੀ, ਇਹਨਾਂ ਲੰਮਾ। ਓਕੇ ਡਾਕਟਰ ਸੰਧੂ ਆ ਰਹੇ ਪਲੀਜ਼, ਸਾਨੂੰ ਮੌਕਾ ਮਿਲੇਗਾ। ਡਾਕਟਰ ਸੰਧੂ ਪਲੀਜ਼ ਤੁਹਾਨੂੰ ਪੂਰਾ ਮੌਕਾ ਦਿਆਂਗਾ, ਪਰ ਮੈਂ ਵਿਨੀਤ ਜੋਸ਼ੀ ਜੀ ਤੋਂ ਸਕੇਲ। ਵਿਨੀਤ ਜੀ ਤੁਸੀਂ ਕਮੈਂਟ ਦਿਓ, ਫਿਰ ਮੈਂ ਡਾਕਟਰ ਸੰਧੂ ਤੋਂ ਜ਼ਰੂਰ ਕਮੈਂਟ ਲਵਾਂਗਾ। ਜੀ ਵਿਨੀਤ ਜੀ। ਜਗਤਾਰ ਜੀ ਮੇਰੀ ਬੇਨਤੀ ਹੈ ਕਿ 2001 ਦੇ ਅੰਦਰ ਅਕਾਲੀ ਭਾਜਪਾ ਸਰਕਾਰ ਪੰਜਾਬ 'ਚ ਸੀਗੀ, ਔਰ ਅਗਰ ਸਰਦਾਰ ਮਨਮੋਹਨ ਸਿੰਘ ਨੇ ਐਜ਼ ਪ੍ਰਧਾਨ ਮੰਤਰੀ ਕੁਝ ਪਾਵਰ ਇਨਕਰੀਜ਼ ਕੀਤੀਆਂ ਸੀ ਤੇ ਇਹਨਾਂ ਨੇ ਤਦ ਆਬਜੈਕਸ਼ਨ ਕਿਉਂ ਨਹੀਂ ਕੀਤਾ? ਮੋਦੀ ਜੀ ਨੇ ਬਤੌਰ ਸੀਐਮ ਜੋ ਆਬਜੈਕਸ਼ਨ ਕੀਤਾ ਉਹ ਇਹ ਸੀਗਾ ਕਿ ਬੀਐਸਐਫ ਨੂੰ ਪੂਰੀ ਸਟੇਟ ਦੇ ਅੰਦਰ ਅਰੈਸਟ ਕਰਨ ਦੀ ਪਾਵਰ ਦੇ ਰਹੇ ਸੀ। ਮੋਦੀ ਜੀ ਨੇ ਕਿਹਾ ਕਿ ਅਰੈਸਟ ਕਰਨ ਦੀ ਪਾਵਰ ਨਹੀਂ ਹੈਗੀ, ਔਰ ਅਰੈਸਟ ਕਰਨ ਦੀ ਪਾਵਰ ਅੱਜ ਵੀ ਨਹੀਂ ਹੈ। ਮੋਦੀ ਜੀ ਨੇ ਜਿਹੜੀ ਮਨਮੋਹਨ ਸਿੰਘ ਸਟੇਟ ਦੇ ਅੰਦਰ ਅਰੈਸਟ ਕਰਨ ਦੀ ਪਾਵਰ ਦੇ ਰਹੀ ਸੀ ਉਹਨੂੰ ਅਪੋਜ਼ ਕੀਤਾ, ਪਰ ਉਸ ਤੋਂ ਸਾਡਾ ਸ਼੍ਰੋਮਣੀ ਅਕਾਲੀ ਦਲ ਨੇ 2001 ਚ ਕੋਈ ਆਬਜੈਕਸ਼ਨ ਨਹੀਂ ਕੀਤਾ ਸੀ। ਜੀ ਵਿਨੀਤ ਜੀ ਬਿਲਕੁਲ ਤੁਹਾਡੀ ਗੱਲ ਆ ਗਈ। ਆਪਣੇ ਕੋਲ ਸਮਾਂ ਇੰਨਾ ਕਿ ਮੇਰੀ ਮਜਬੂਰੀ ਹੈ। ਡਾਕਟਰ ਸੰਧੂ ਮੈਂ ਕਲੀਅਰ ਜੀ ਦੇ ਕਮੈਂਟ ਜ਼ਰੂਰ ਲੈਣਾ। ਤੁਸੀਂ ਆਪਣਾ ਕਮੈਂਟ ਪਹਿਲਾਂ ਦੇਣਾ ਚਾਹੁੰਦੇ ਸੀ ਡਾਕਟਰ ਸੰਧੂ, ਸੰਖੇਪ ਚ ਆਪਣੀ ਗੱਲ ਜ਼ਰੂਰ ਕਹੋ। ਮੈਂ ਕਲੀਅਰ ਜੀ ਤੋਂ ਵੀ ਸਮਾਂ ਜ਼ਰੂਰ ਲੈਣਾ ਹੈ। ਜੀ ਡਾਕਟਰ ਸੰਧੂ। ਮੈਂ ਤਾਂ ਕਲੀਅਰ ਜੀ ਨੂੰ, ਕਿਉਂਕਿ ਉਮਰ ਤੋਂ ਛੋਟੇ, ਉਦੋਂ ਪਤਾ ਨਹੀਂ ਛੋਟੇ ਜਿਹੇ ਹੋਣੇ ਆ ਇਹ। ਪੰਜਾਬ ਦੇ ਇੰਟਰਸਟ ਸਭ ਤੋਂ ਜ਼ਿਆਦਾ ਸੈਂਟਰ ਦੇ ਹੱਥੀ, ਚਾਹੇ ਉਹ ਕਾਂਗਰਸ ਸੀ ਜਾਂ ਕੋਈ ਸੀ। ਵਿੱਚ ਅਕਾਲੀ ਦਲ ਨੇ ਪੰਜਾਬ ਏਡੇ ਵੱਡੇ ਪੰਜਾਬ ਦਾ ਪੰਜਾਬੀ ਸੂਬੇ ਬਣਾ ਕੇ ਰਾਜ ਕਰਨ ਵਾਸਤੇ। ਓਕੇ ਫਿਰ ਆ ਗਈ ਗੱਲ ਤੇ ਗੱਲਾਂ ਇਹ ਕਰਦੇ ਆ ਵੀ ਕਾਂਗਰਸ ਨੇ ਆ ਕੀਤਾ, ਤੁਸੀਂ ਤਾਂ ਪੰਜਾਬ ਹੀ ਵੇਚ ਕੇ ਕਰ ਲਿਆ। ਜੀ ਥੈਂਕ ਯੂ ਵੈਰੀ ਮਚ ਡਾਕਟਰ ਸੰਧੂ, ਥੈਂਕ ਯੂ। ਲਾਸਟ ਕਮੈਂਟ ਕਲੀਅਰ ਸਾਹਿਬ, ਮਿਹਰਬਾਨੀ, ਤੁਸੀਂ ਇੰਤਜ਼ਾਰ ਕਰਦੇ ਰਹੇ ਹੋ। ਕਲੀਅਰ ਜੀ ਪਲੀਜ਼। ਨਹੀਂ, ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਜੋਸ਼ੀ ਸਾਹਿਬ ਨੇ ਗੱਲ ਕਹੀ ਕਿ ਪੰਜਾਬ ਨੇ 2011 ਚ ਆਬਜੈਕਟ ਨਹੀਂ ਕੀਤਾ। ਬਿਲਕੁਲ ਆਬਜੈਕਟ ਕੀਤਾ, ਔਨ ਰਿਕਾਰਡ ਹੈ ਜੋਸ਼ੀ ਸਾਹਿਬ। ਬਾਦਲ ਸਾਹਿਬ ਦੀ ਗਵਰਨਮੈਂਟ ਨੇ ਉਦੋਂ ਔਨ ਰਿਕਾਰਡ ਇਸ ਗੱਲ ਨੂੰ ਆਬਜੈਕਟ ਕੀਤਾ ਮਨਮੋਹਨ ਸਿੰਘ ਨੂੰ ਕਿ ਗਲਤ ਹੋ ਰਿਹਾ ਜੋ ਹੋ ਰਿਹਾ ਹੈ। ਔਰ ਤੁਸੀਂ ਇਸ ਗੱਲ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇਹ ਥੋੜੀ ਤੁਸੀਂ ਮਿਸਗਾਈਡਿੰਗ ਸਟੇਟਮੈਂਟ ਦਿੱਤੀ ਹੈ ਕਿ ਅਕਾਲੀ ਦਲ ਉਦੋਂ ਬੋਲਿਆ ਨਹੀਂ। ਔਰ ਦੂਸਰੀ ਗੱਲ ਸੰਧੂ ਸਾਹਿਬ ਦੀ ਮੈਂ ਫੇਰ ਦੁਬਾਰਾ ਕਹਿ ਦਿਆਂ ਕਿ ਗੱਲਾਂ ਇਹ ਕਰਦੇ ਨੇ ਕਾਂਗਰਸ ਦੇ ਰਾਜ ਦੀਆਂ। ਕੇਂਦਰ 'ਚ ਕਾਂਗਰਸ ਸਰਕਾਰਾਂ ਇਹਨਾਂ ਨੇ ਤੋੜੀਆਂ, ਗਵਰਨਰ ਰਾਜ ਇਹਨਾਂ ਨੇ ਲਾਇਆ। ਬਾਦਲ ਪਰਿਵਾਰ ਨੂੰ ਤਾਂ ਕਾਂਗਰਸ ਦਾ ਇੱਕ ਫੈਸ਼ਨ ਹੋ ਗਿਆ ਕਿ ਇਲਜ਼ਾਮ ਲਾਉਣਾ। ਅਦਰਵਾਈਜ਼ ਸੂਬੇ ਦਾ ਸਭ ਤੋਂ ਵੱਡਾ ਨੁਕਸਾਨ 84 ਤੋਂ 97 ਤੱਕ ਪੰਜਾਬ ਨੂੰ ਖਾਣ ਵਾਲੀ ਸਾਡੀ ਜਵਾਨੀ ਨੂੰ ਇਹ ਕਾਂਗਰਸ। ਚਲੋ ਗੱਲ ਆ ਗਈ ਜਿਹੜੀ ਜੋਸ਼ੀ ਸਾਹਿਬ ਇੱਕ ਲਾਈਨ ਦਾ ਕਮੈਂਟ ਹੀ ਆ ਸਕਦਾ, ਸਮਾਂ ਤਾਂ ਨਹੀਂ, ਪਰ ਤੁਸੀਂ ਕਹਿ ਰਹੇ ਹੋ, ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਆਪਣੀ ਗੱਲ ਕਰੋ। ਜੀ ਮਨਮੋਹਨ ਸਿੰਘ ਜੀ ਨੇ ਪ੍ਰਧਾਨ ਮੰਤਰੀ ਦੇ ਨਾਲ ਬੀਐਸਐਫ ਨੂੰ ਪੂਰੀ ਸਟੇਟ 'ਚ ਅਰੈਸਟ ਕਰਨ ਦੀ ਪਾਵਰ ਦੇ ਰਹੀ ਸੀਗੇ, ਉਹਨੂੰ ਮੋਦੀ ਜੀ ਨੇ ਅਪੋਜ਼ ਕੀਤਾ। ਚਲੋ ਬਿਲਕੁਲ, ਚਲੋ ਮਿਹਰਬਾਨੀ। ਤਿੰਨੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸੰਧੂ, ਕਲੀਅਰ ਜੀ, ਵਿਨੀਤ ਜੋਸ਼ੀ ਜੀ, ਇਸ ਮੁੱਦੇ ਤੇ ਆਉਣ ਦੇ ਲਈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਮਤਭੇਦ ਹੋ ਸਕਦੇ ਹੈ, ਪਰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਿਹੜਾ ਪਵਿੱਤਰ ਸਦਨ ਮੰਨਿਆ ਜਾਂਦਾ ਹੈ, ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ, ਸਾਡੇ ਵਿਧਾਇਕਾਂ ਨੂੰ ਨੁਮਾਇੰਦਗੀ ਦਿੱਤੀ ਹੈ, ਉਹ ਸਦਨ ਦੇ ਅੰਦਰ ਜਿਹੜੇ ਵੱਡੇ ਮੁੱਦੇ ਹੈ, ਚਾਹੇ ਬੀਐਸਐਫ ਦੀ ਗੱਲ ਹੈ, ਚਾਹੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਹੈ, ਸਾਰੀਆਂ ਧਿਰਾਂ ਨੂੰ ਉਹਦੇ 'ਚ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬੀ ਜਾਣ ਸਕਣ ਕਿ ਕੌਣ ਕਿੰਨੇ ਪਾਣੀਆਂ 'ਚ ਤੇ ਕੌਣ ਕਿੱਥੇ ਖੜਾ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।